जे माया लग के भी ਜਿਹੜੀ ਸਿੱਖੀ ਘਰ ਘਰ ਵਿੱਚ ਚਲੀ ਜਾਵੇ, ਉਪਦੇਸ਼ ਗੁਰੂ ਸਾਹਿਬ ਦਾ ਘਰ ਘਰ ਵਿੱਚ ਚਲਿਆ ਜਾਵੇ ਨਾ, ਲੱਖਾਂ ਰੁਪਈਏ ਲੱਗ ਕੇ ਵੀ, ਤੇ ਮੈਂ ਮੇਰੀ ਸੋਚ ਦੇ ਮੁਤਾਬਿਕ ਇਹ ਕੰਮ ਕੋਈ ਇਹ ਪੈਸਾ ਜਿਹੜਾ ਹੈ ਨਾ ਕੋਈ ਸਾਨੂੰ ਸਸਤਾ ਹੀ ਹੈ ਕੰਮ। ਡਾਕਟਰ ਗੁਰਦੇਵ ਸਿੰਘ ਜੀ ਥੋੜਾ ਸਮਾਂ ਜੋ ਰੁਕ ਜਾਓ, 5-4 ਸਾਲ ਰੁਕ ਜਾਓ, ਤੁਹਾਨੂੰ ਸਿੰਘ ਨਹੀਂ ਲੱਭਣੇ, ਪ੍ਰਚਾਰਕ ਨਹੀਂ ਲੱਭਣੇ। ਹੁਣ ਗ੍ਰੰਥੀ ਸਿੰਘ ਕਿਹਨਾਂ ਨੇ ਬਣਨਾ? ਬਿਹਾਰ ਤੋਂ ਯੂਪੀ ਤੋਂ ਬੰਦੇ ਆਉਣਗੇ, ਉਹਨਾਂ ਨੇ ਪਾਠ ਸਿੱਖਣਾ ਤੇ ਸਿੱਖ ਵੀ ਰਹੇ ਨੇ, ਥੋੜਾ ਬਹੁਤਾ ਸਿੱਖ ਕੇ ਉਹ ਅਖੰਡ ਪਾਠੀ ਵੀ ਬਣ ਰਹੇ ਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋ ਰਹੀ ਹੈ, ਗੱਲ ਕਰਾਂਗੇ। ਗੱਲ ਮੇਰਾ ਸਵਾਲ ਇਹ ਸੀ ਵੀ ਅਸੀਂ ਆਮ ਆਪਾਂ ਜਦੋਂ ਗੱਲ ਕਰਦੇ ਹਾਂ, ਆਮ ਜਦੋਂ ਗੱਲ ਕਰਦੇ ਹਾਂ, ਆਮ ਹੀ ਸਾਡੀ ਜ਼ਿੰਦਗੀ, ਅਸੀਂ ਘਰਾਂ 'ਚ ਵੀ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਜਾਂ ਗੁਰੂ ਹੈ ਨਾ, ਅਸੀਂ ਇੱਕ ਸਰੀਰ ਹੋ ਗਿਆ ਨਾ, ਜੋਤ ਕਿੱਥੇ ਗਈ? ਜੋਤ ਕਿੱਥੇ ਗਈ ਸਾਡੀ? ਜਿੰਨੀਆਂ ਸੰਸਥਾਵਾਂ ਪ੍ਰਬੰਧਕ ਕਮੇਟੀਆਂ ਸਾਰੀਆਂ ਇਹ ਧਨਾੜ ਨੇ, ਇਹਨਾਂ ਕੋਲ ਪੈਸਾ ਆ, ਤੇ ਜਿਹੜਾ ਪ੍ਰਚਾਰ ਉਹ ਪੈਸੇ ਨਾਲ ਹੋਣਾ ਹੈ। ਅਸੀਂ ਪ੍ਰਚਾਰਕ ਤੋਰਾਂਗੇ, ਗੱਡੀਆਂ ਦੇ ਕੇ ਤੋਰਾਂਗੇ, ਤੇਲ ਪਾ ਕੇ ਤੋਰਾਂਗੇ, ਤਨਖਾਹਾਂ ਦੇ ਕੇ ਤੋਰਾਂਗੇ, ਪੈਸਾ ਲੱਗਣਾ ਹੈ। ਤੇ ਜਿਨ੍ਹਾਂ ਦੇ ਕੋਲ ਪੈਸਾ ਵਾ, ਗੱਡੀਆਂ ਨੇ, ਪ੍ਰਬੰਧਕ ਨੇ, ਸਾਰਾ ਪ੍ਰਬੰਧ ਹੈ, ਉਹਨਾਂ ਕੋਲ ਨਹੀਂ ਪ੍ਰਚਾਰ ਹੋ ਰਿਹਾ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਵਰੇ ਸਿੱਖ ਜਗਤ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ। ਅਸੀਂ ਹਰ ਵਰੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹਾਂ ਤੇ ਫਿਰ ਅਗਲੇ ਸਾਲ ਦੀ ਆਪਾਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਪਰ ਉਹਨਾਂ ਪ੍ਰਕਾਸ਼ ਦਿਹਾੜਿਆਂ ਨੂੰ ਕਿਵੇਂ ਮਨਾਇਆ ਜਾਵੇ, ਅਸੀਂ ਇਹ ਕਿਤੇ ਨਾ ਕਿਤੇ ਵਿਸਰਦੇ ਜਾ ਰਹੇ ਹਾਂ। ਅਸੀਂ ਉਹੀ ਵਿਪਰਨ ਦੀ ਰੀਤ ਜਿਹੜੀ ਹੈ ਸਾਡੇ ਸਿੱਖਾਂ ਦੇ ਵਿੱਚ ਵੀ ਚੱਲ ਪਈ ਹੈ ਕਿ ਅਸੀਂ ਇੱਕ ਇਹਨੂੰ ਸਾਲ ਬਾਅਦ ਜਿਹੜਾ ਇੱਕ ਦਿਹਾੜਾ ਆਉਂਦਾ ਉਹਨੂੰ ਮਨਾ ਕੇ ਅਸੀਂ ਭੁੱਲ ਜਾਂਦੇ ਹਾਂ। ਉਸ ਦਿਹਾੜੇ ਦੀ ਮਹੱਤਤਾ ਕੀ ਹੈ, ਕੀ ਸਾਨੂੰ ਸਿੱਖਣਾ ਚਾਹੀਦਾ ਹੈ। ਸੋ ਅੱਜ ਇਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਉਦਾਸੀਆਂ, 4 ਦਿਸ਼ਾਵਾਂ ਦੇ ਵਿੱਚ ਉਦਾਸੀਆਂ ਕਰਕੇ ਲੋਕਾਂ ਨੂੰ ਜਗਾਇਆ। ਉਹਨਾਂ ਨੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਉਹ ਜਿਹੜੇ ਉਹਨਾਂ ਦੇ ਕਰਮ ਕਾਂਡ ਸੀ ਉਹਨਾਂ ਤੋਂ ਸਾਨੂੰ ਜਗਾਇਆ। ਪਰ ਕਿਤੇ ਨਾ ਕਿਤੇ ਸਿੱਖ ਸਾਡੇ ਫਿਰ ਉਸੇ ਪਾਸੇ ਲੱਗਦੇ ਸਾਨੂੰ ਦਿਖ ਰਹੇ ਨੇ ਕਿ ਉਹੀ ਗੱਲਾਂ ਸਾਡੀ ਸਿੱਖੀਜ਼ਮ ਦੇ ਵਿੱਚ ਆ ਗਈਆਂ ਜਿਨ੍ਹਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ। ਅਤੇ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ, ਤਾਂ ਅੱਜ ਅਸੀਂ ਇਸ ਸੰਬੰਧ ਵਿੱਚ ਗੱਲ ਕਰਾਂਗੇ ਕਿ ਇਹ ਪ੍ਰਕਾਸ਼ ਦਿਹਾੜੇ ਜਾਂ ਸਾਡੇ ਜਿਹੜੇ ਗੁਰਪੁਰਬ ਹੈ ਸਾਨੂੰ ਕਿਵੇਂ ਮਨਾਉਣੇ ਚਾਹੀਦੇ ਨੇ। ਇਸ 'ਤੇ ਅੱਜ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਜੀਤ ਸਿੰਘ ਜੀ ਰਿਆੜ। ਉਹਨਾਂ ਨਾਲ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਅਸੀਂ ਹਰ ਵਾਰੀ ਮਨਾਉਂਦੇ ਹਾਂ ਅਤੇ ਮਨਾ ਕੇ ਆਮ ਹੀ ਸੰਗਤਾਂ ਗੁਰੂ ਘਰ ਆਉਂਦੀਆਂ ਨੇ, ਮੱਥਾ ਟੇਕਦੀਆਂ ਨੇ, ਪ੍ਰਸ਼ਾਦ ਛਕਦੀਆਂ ਨੇ, ਲੰਗਰ ਛਕ ਕੇ ਘਰ ਚਲੇ ਜਾਂਦੇ ਨੇ। ਇੱਥੇ ਤੱਕ ਤੁਸੀਂ ਜੇ ਗਰਾਊਂਡ ਲੈਵਲ 'ਤੇ ਦੇਖੋ, ਸੰਗਤਾਂ ਤੋਂ ਜੇ ਤੁਸੀਂ ਉਸ ਗੁਰੂ ਘਰ ਦੇ ਵਿੱਚ, ਜਿਸ ਗੁਰੂ ਘਰ ਵਿੱਚ ਮੱਥਾ ਟੇਕਦੇ ਹੋ, ਉੱਥੇ ਦਾ ਇਤਿਹਾਸ ਪੁੱਛ ਲਓ ਤਾਂ ਉਹ ਨਹੀਂ ਪਤਾ ਹੋਏਗਾ। ਅਤੇ ਉਹ ਫਿਰ ਦਿਹਾੜੇ ਸਾਡੇ ਜਿਹੜੇ ਹੈਗੇ ਆ, ਅਸੀਂ ਕਿਉਂ ਨਹੀਂ, ਸਾਨੂੰ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਲੱਗਦਾ ਵੀ ਸਿੱਖ ਜਿਹੜੇ ਹੈ ਜਿਸ ਵਿਪਰਨ ਦੀ ਰੀਤ ਤੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਜਾਂ ਜਦੋਂ ਸਾਨੂੰ ਵਾਪਸ ਲਿਆਂਦਾ ਸੀ, ਅਸੀਂ ਫਿਰ ਉੱਥੇ ਨੂੰ ਜਾ ਰਹੇ ਹਾਂ। ਕੀ ਸੋਚਦੇ ਹੋ? ਹਾਂਜੀ, ਬਿਲਕੁਲ ਜੀ। ਡਾਕਟਰ ਗੁਰਦੇਵ ਸਿੰਘ ਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ। 8 ਨਵੰਬਰ 2022 ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਅਤੇ ਸਿੱਖ ਜਗਤ ਦੇ ਅੰਦਰ ਬਹੁਤ ਹੀ ਵੱਡੀ ਪੱਧਰ 'ਤੇ, ਬਹੁਤ ਉੱਚੇ ਲੈਵਲ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ। ਪਿੰਡ ਪਿੰਡ, ਸ਼ਹਿਰ ਸ਼ਹਿਰ, ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ ਜੀ। ਦੇਖੋ ਜੀ, ਤੁਸੀਂ ਬੜੀ ਵੱਡੀ ਇਹ ਗੱਲ ਕੀਤੀ ਹੈ ਕਿ ਪ੍ਰਕਾਸ਼ ਦਿਹਾੜੇ 'ਤੇ ਮਨਾਏ ਜਾਂਦੇ, ਪਰ ਉਹਦੇ ਤੋਂ ਸਾਨੂੰ ਸੇਧ ਕੀ ਮਿਲਦੀ ਹੈ। ਹਾਂਜੀ, ਇਹ ਬਚਨ ਆਉਂਦਾ ਜੀ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਬਹੁਤ ਵੱਡਾ ਬਚਨ ਹੈ। ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਨੇ ਉਸ ਸਮੇਂ ਇਸ ਰਸਤੇ ਨੂੰ ਅੱਗੇ ਵਧਾਉਣਾ ਕੀਤਾ, ਪੰਥ ਨੂੰ ਅੱਗੇ ਵਧਾਉਣਾ ਕੀਤਾ, ਜਿਹੜਾ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਜਿਹੜਾ ਹੈ ਨਾ, ਉਹਨੂੰ ਅੱਗੇ ਤੋਰਿਆ ਹੈ। ਉਸ ਸਮੇਂ ਤੋਰਿਆ ਕਿ ਜਦੋਂ ਬਹੁਤ ਜ਼ਿਆਦਾ
ਜਿਵੇਂ ਤੁਸੀਂ ਗੱਲ ਕੀਤੀ ਕਿ ਵਿਪਰਨ ਕੀ ਰੀਤ, ਬਹੁਤ ਜ਼ਿਆਦਾ ਮਨ ਮਤਾਂ ਦਾ ਭਾਰੀ ਗੜ੍ਹ ਸੀ, ਬਹੁਤ ਵੱਡਾ ਗੜ੍ਹ ਸੀ ਮਨ ਮਤਾਂ ਦਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਗੱਲ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਜੇ ਲਾਵਾਂ ਹੋਈਆਂ ਬਟਾਲੇ ਦੀ ਧਰਤੀ 'ਤੇ, ਉਦੋਂ ਕਹਿੰਦੇ ਅਸੀਂ ਬੇਦੀ ਦੇ ਦੁਆਲੇ, ਅੱਗ ਦੇ ਦੁਆਲੇ ਲਾਵਾਂ ਲਈਆਂ ਜਾਂਦੀਆਂ ਸੀ। ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਵੀ ਇਨਕਾਰ ਕੀਤਾ। ਜੇ ਲਾਵਾਂ ਹੋਣ ਲੱਗੀਆਂ ਉਦੋਂ ਵੀ ਇਨਕਾਰ ਕੀਤਾ ਕਿ ਨਹੀਂ, ਲਾਵਾਂ ਅਸੀਂ ਅੱਗ ਦੇ ਦੁਆਲੇ ਨਹੀਂ ਲਵਾਂਗੇ। ਉੱਥੇ ਬੜਾ ਭਾਰੀ ਵਿਰੋਧ ਹੋਇਆ ਕਿ ਜੇ ਕੱਲ੍ਹ ਦੇ ਬੱਚੇ ਨੇ ਤੇ ਸਾਨੂੰ ਇੱਥੇ ਸਦੀਆਂ ਹੋ ਗਈਆਂ ਇਹ ਕੰਮ ਕਰਦੇ ਆ, ਤੇ ਤੁਸੀਂ ਕਿਵੇਂ ਇਸ ਗੱਲ ਨੂੰ ਵੀ ਰੋਕ ਰਹੇ ਹੋ? ਅੱਜ ਵੀ ਕੋਈ ਸਾਡੇ ਘਰ ਦੇ ਵਿੱਚ ਕੋਈ ਬੱਚਾ ਕੋਈ ਗੱਲ ਤੋਂ ਮਨਾ ਕਰ ਦੇਵੇ ਕਿ ਮੈਂ ਕੰਮ ਨਹੀਂ ਕਰਨਾ, ਤੇ ਮਾਂ ਪਿਓ ਦੁਆਲੇ ਹੋ ਜਾਣਗੇ ਕਿ ਸਾਡਾ ਕੰਮ ਤੇ ਚੱਲਦਾ ਆ ਰਿਹਾ। ਜਿਵੇਂ ਕਈ ਪਰਿਵਾਰ ਮੰਨ ਲਓ ਸ਼ੁਰੂ ਤੋਂ ਪੀਰਾਂ ਫਕੀਰਾਂ ਦੀ ਜਗ੍ਹਾ ਤੇ ਤੇਲ ਪਾਉਂਦੇ ਨੇ, ਤੇ ਅੱਗੇ ਕੋਈ ਬੱਚਾ ਉਹਨਾਂ ਦਾ ਕੋਈ ਗੁਰਸਿੱਖ ਨਿਕਲ ਆਵੇ, ਸੂਝ-ਬੂਝ ਵਾਲਾ ਨਿਕਲ ਆਵੇ ਤੇ ਆਖੇ ਕਿ ਨਹੀਂ ਇਹ ਕੰਮ ਨਹੀਂ ਕਰਨਾ, ਇਹ ਮਨਮਤ ਹੈ। ਤੇ ਜਿਹੜੇ ਮਨਮਤ ਦੇ ਵਿੱਚ ਵੜੇ ਨੇ ਮਾਂ ਪਿਓ, ਉਹ ਬੱਚੇ ਨੂੰ ਝਟਕਣਗੇ ਕਿ ਤੂੰ ਇਹ ਕੀ ਗੱਲਾਂ ਕਰ ਰਿਹਾ, ਅਸੀਂ ਤੇਰੇ ਤੋਂ ਸਿਆਣੇ ਆ। ਇਹੋ ਹੀ ਗੱਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਬਟਾਲੇ ਦੀ ਧਰਤੀ ਤੇ ਵੀ ਹੋਈਆਂ ਕਿ ਅਸੀਂ ਸਿਆਣੇ ਆ, ਤੂੰ ਸਿਆਣਾ ਨਹੀਂ। ਪੰਡਤ ਹਰਦਿਆਲ ਜੀ ਉਹ ਵੀ ਸਮਝਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਫਿਰ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਜੇ ਅੱਗ ਦੇ ਦੁਆਲੇ ਲਾਵਾਂ ਨਹੀਂ ਲੈਣੀਆਂ ਤੇ ਦੱਸੋ ਕਾਹਦੇ ਦੁਆਲੇ ਲੈਣੀਆਂ? ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਗਜ਼ ਮੰਗਾਇਆ, ਸ਼ਾਹੀ ਮੰਗਾਈ, ਕਲਮ ਮੰਗਾਈ, ਤੇ ਮੂਲ ਮੰਤਰ ਲਿਖ ਕੇ ਸੋਹਣੀ ਚੌਂਕੀ ਤੇ ਕੱਪੜਾ ਵਿਛਾ ਕੇ ਰੱਖ ਕੇ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਲਾਵਾਂ ਇਸ ਸ਼ਬਦ ਦੁਆਲੇ ਲਵਾਂਗੇ। ਦੇਖੋ ਇੰਨੇ ਭਾਰੀ ਗੜ੍ਹ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਵਾਜ਼ ਚੱਕ ਦਿੱਤੀ। ਗੱਲ ਕਹਿਣ ਤੋਂ ਭਾਵ ਕਿ ਜਿਹੜੀ ਮਨ ਮੱਤ ਹੈ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਹੁਣ ਵੀ ਚੱਲ ਰਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਰਮਲ ਪੰਥ ਚਲਾਇਆ, ਤੇ ਸਾਨੂੰ ਨਿਰਮਲ ਬਣ ਕੇ ਹੀ ਤੇ ਨਿਰਮਲ ਹੀ ਕੰਮ ਕਰਨੇ ਪੈਣੇ। ਜੇ ਸਵਾਲ ਉਹੀ ਵੀ ਸਿੱਖ ਜਿਹੜੇ ਆ ਰਹੇ ਨੇ, ਹਾਂਜੀ, ਦਿਹਾੜੇ ਅਸੀਂ ਬਹੁਤ ਵੱਡੇ ਪੱਧਰ ਤੇ ਮਨਾਉਂਦੇ ਹਾਂ, ਹਾਂਜੀ, ਤੇ ਉਹ ਮਨਾਉਣ ਦਾ ਤਰੀਕਾ ਜਿਹੜਾ ਹੈਗਾ ਵੀ ਉਹ ਪਰੰਪਰਾਗਤ ਜਿਹੜਾ ਜਿਸ ਤਰੀਕੇ ਤੋਂ ਕੱਢਿਆ ਸੀ, ਹਾਂਜੀ, ਜੋ ਚੱਲਿਆ ਆ ਰਿਹਾ ਸੀ, ਗਿਆਨ ਤੋਂ ਅਸੀਂ ਕਿਤੇ ਨਾ ਕਿਤੇ ਦੂਰ ਹੁੰਦੇ ਦਿਖ ਰਹੇ ਹਾਂ। ਵੀ ਉਹਦਾ ਕੀ ਕਾਰਨ ਬਣ ਰਿਹਾ, ਕਿਉਂ ਬਣਿਆ ਇਹ ਕਾਰਨ, ਕਿੱਥੋਂ ਸ਼ੁਰੂ ਹੋਈ ਗੱਲ ਹੈ, ਤੇ ਕਿਵੇਂ ਲੋਕਾਂ ਨੂੰ ਸਮਝਾਇਆ ਜਾਵੇ ਜਾਂ ਸੰਗਤ ਨੂੰ ਸਮਝਾਇਆ ਜਾਵੇ, ਤੇ ਕਿਹਦਾ ਇਹ ਫਰਜ਼ ਬਣਦਾ ਹੈ? ਸਭ ਤੋਂ ਪਹਿਲਾਂ ਦੇਖੋ ਜੀ, ਗੁਰੂ ਘਰ ਬਣੇ ਨੇ ਹਰ ਇੱਕ ਪਿੰਡ ਦੇ ਵਿੱਚ, ਇੱਕ ਇੱਕ, ਦੋ ਦੋ, ਤਿੰਨ ਤਿੰਨ ਗੁਰੂ ਘਰ ਬਣੇ ਨੇ, ਤੇ ਉਸ ਗੁਰੂ ਘਰ ਦੇ ਵਿੱਚ ਜਿਹੜਾ ਗ੍ਰੰਥੀ ਸਿੰਘ ਹੈ ਨਾ, ਪ੍ਰਚਾਰਕ ਹੈ, ਉਹ ਸਮਝ ਲਓ ਕਿ ਟੀਚਰ ਹੈ। ਇੱਕ ਜਿਹੜੀ ਵੀ ਸੰਗਤ ਉੱਥੇ ਆਉਂਦੀ ਉਹਨੂੰ ਗਾਈਡ ਕਰਨਾ ਹੈ, ਕਿਵੇਂ ਜੋੜਨਾ ਆ, ਬਾਣੀ ਦਾ ਕਿਵੇਂ ਅਰਥ ਕਰਕੇ ਸਮਝਾਉਣਾ ਆ, ਕਿਵੇਂ ਸੰਗਤ ਦਾ ਇੰਟਰਸਟ ਵਧਾਉਣਾ ਹੈ। ਕਿਉਂਕਿ ਸਾਰੀ ਸੰਗਤ ਇੱਕੋ ਜਿਹੀ ਨਹੀਂ ਹੈ, ਕਿਸੇ ਦੀ ਅਵਸਥਾ ਉੱਚੀ ਹੈ, ਕਿਸੇ ਦੀ ਨੀਵੀਂ ਹੈ, ਕਿਸੇ ਦੀ ਹੋਰ ਨੀਵੀਂ ਹੈ। ਜਿਹਨੂੰ ਅਜੇ ਤੱਕ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਅਜੇ ਮੱਥਾ ਟੇਕਣ ਦਾ ਨਹੀਂ ਪਤਾ ਕਿ ਕਿਵੇਂ ਮੱਥਾ ਟੇਕ ਕੇ ਕਿਵੇਂ ਪਰਿਕਰਮਾ ਕਰਨੀਆਂ ਨੇ, ਕਿਵੇਂ ਬੈਠਣਾ ਹੈ, ਹੈ ਨਾ। ਤੇ ਉਹ ਗ੍ਰੰਥੀ ਸਿੰਘ ਦਾ ਕੰਮ ਹੈ ਕਿ ਆਪ ਸੂਝ-ਬੂਝ ਹੋਣਾ, ਪਹਿਲਾਂ ਚੰਗੀ ਸੰਪਰਦਾ ਤੋਂ ਸੰਥਿਆ ਚੰਗੀ ਸੁੱਧ ਲੈਣੀ, ਤੇ ਫਿਰ ਅੱਗੇ ਸੰਗਤਾਂ ਨੂੰ ਗਾਈਡ ਕਰਨਾ। ਹੁਣ ਪਿੰਡਾਂ ਦੇ ਵਿੱਚ ਮਸਲਾ ਕੀ ਹੈ ਕਿ ਗੁਰਦੁਆਰੇ ਅਸੀਂ ਬਣਾ ਲਏ ਜ਼ਿਆਦਾ, ਧੜੇ ਬੰਦੀਆਂ ਬਣ ਗਈਆਂ, ਤੇ ਜਦੋਂ ਗ੍ਰੰਥੀ ਸਿੰਘ ਰੱਖਣਾ ਆ ਤੇ ਉਦੋਂ ਅਸੀਂ ਵੇਖਣਾ ਕਿ ਕੋਈ 2-3-4 ਵਾਲਾ ਗ੍ਰੰਥੀ ਸਿੰਘ ਹੋਵੇ ਕਿ ਜਿਹਨੂੰ ਬਾਣੀ ਦੀ ਜਿਹਨੇ ਸੰਥਿਆ ਵੀ ਨਹੀਂ ਕੀਤੀ। ਹੁਣ ਆਮ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਦੇ ਹਾਂ ਤੇ ਗ੍ਰੰਥੀ ਸਿੰਘ ਕਈ ਸਿਆਣੇ ਵੀ ਨੇ, ਕਈ ਪਿੰਡਾਂ ਦੇ ਵਿੱਚ ਹੈਗੇ ਨੇ, ਤੇ ਕਈ ਪਿੰਡਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਉਹ ਮਾਇਆ ਦੇ ਹਿਸਾਬ ਦੇ ਨਾਲ ਫਿਰ ਉਹੋ ਜਿਹੇ ਨੇ ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਿਆ, ਰਹਿਰਾਸ ਸਾਹਿਬ ਪੜ੍ਹੀ, ਗ੍ਰੰਥੀ ਸਿੰਘ ਬਣ ਗਏ। ਇਹ ਵੀ ਇੱਕ ਬੜਾ ਵੱਡਾ ਮਸਲਾ ਹੈ ਕਿ ਮਸਲਾ ਮੈਂ ਤੁਹਾਨੂੰ ਵਿੱਚ ਇਹਦੇ ਐਡ ਕਰਦਾ, ਸੋਰੀ ਮੈਂ ਕੱਟ ਰਿਹਾ ਵਿੱਚ ਗੱਲ ਤੁਹਾਡੀ। ਮਸਲਾ ਬਹੁਤ ਵੱਡਾ ਬਣ ਗਿਆ। ਇੱਕ ਤਾਂ ਗੱਲ ਇਹ ਹੈ ਵੀ ਅਸੀਂ ਸਸਤੇ ਜਿਹੜੇ ਪਾਠੀ ਸਿੰਘ ਲੱਭਦੇ ਹਾਂ, ਦੂਸਰਾ ਅੱਜ ਕੱਲ੍ਹ ਤੁਹਾਨੂੰ ਪਾਠੀ ਸਿੰਘ ਹੀ ਨਹੀਂ ਮਿਲ ਰਹੇ। ਨਹੀਂ ਮਿਲ ਰਹੇ। ਮੈਂ ਇਸੇ ਦਿਹਾੜੇ ਦੀ ਗੱਲ ਕਰਾਂ, ਮੇਰੇ ਇੱਕ ਫੌਜੀ ਵੀਰ ਨੇ, ਉਹਨਾਂ ਨੇ ਜਲੰਧਰ ਲਾਗੇ ਜਿਹੜਾ ਕੈਂਪ ਇਹਨਾਂ ਦਾ, ਉੱਥੇ ਅਖੰਡ ਪਾਠ ਸਾਹਿਬ ਜਿਹੜਾ ਉਹ ਕਰਵਾਉਣਾ, ਤੇ 6-7-8 ਤਰੀਕ ਨੂੰ ਪਾਠੀ ਸਿੰਘ ਹੀ ਨਹੀਂ ਮਿਲ ਰਿਹਾ। ਮੈਂ ਆਪਣੇ ਪਿੰਡ 'ਚ ਗੱਲ ਕਰੀ, ਉਹ ਕਹਿੰਦੇ ਪਾਠੀ ਸਿੰਘ ਕੋਈ ਬਣ ਹੀ ਨਹੀਂ ਰਹੇ, ਆ ਹੀ ਨਹੀਂ ਰਹੇ ਪਾਠੀ ਸਿੰਘ। ਤੇ ਇਹ ਸਾਰਿਆਂ ਨੂੰ ਪੁੱਛ ਲਿਆ, ਜਲੰਧਰ ਬੈਲਟ ਦੇ ਵਿੱਚ ਪੁੱਛ ਲਿਆ, ਤੇ ਗੁਰਦਾਸਪੁਰ ਅਸੀਂ ਉੱਥੇ ਜਿਹੜੇ ਸਿੰਘ ਹੈਗੇ ਨੇ, ਮੈਂ ਸਗੋਂ ਤੁਹਾਡੇ ਨਾਲ ਵੀ ਗੱਲ ਕਰਨੀ ਸੀ ਇਸ ਸੰਬੰਧ 'ਚ ਵੀ ਇਹ 8 ਤਰੀਕ ਨੂੰ ਆਪਾਂ ਉਹ ਕਰਵਾ ਰਹੇ ਨੇ। ਤੇ ਉਹ ਸਿੰਘ ਮੇਰੇ ਨਾਲ ਬੜਾ ਪਿਆਰ ਆ, ਮੇਰੇ ਨਾਲ ਪੜ੍ਹਿਆ, ਤੇ ਉਹ ਕਹਿੰਦੇ ਵੀ ਮੈਨੂੰ ਪਾਠੀ ਸਿੰਘ ਚਾਹੀਦੇ ਆ ਤੇ ਤੁਸੀਂ ਜ਼ਰੂਰ ਕਰੋ, ਬੜੀ ਸ਼ਰਧਾ ਰੱਖਦੇ ਨੇ। ਤੇ ਇੱਥੇ ਦਾ ਕਹਿ ਦਿੱਤਾ ਮੈਂ ਸਾਰਿਆਂ ਨੂੰ ਵੀ ਜੇ ਭੇਟਾ ਜਿਹੜੀ ਹੈਗੀ ਹੈ ਵੀ ਭੇਟਾ 7500 ਸੀ ਕਿ ਡਬਲ ਦੇ ਦਾਂਗੇ, ਉਹ ਕਹਿੰਦੇ ਵੀ ਪਾਠੀ ਸਿੰਘ ਚੰਗੇ ਪਾਠੀ ਸਿੰਘ ਸਾਨੂੰ ਦੇ ਦਿਓ, ਤੇ ਪਾਠੀ ਸਿੰਘ ਹੀ ਨਹੀਂ ਬਣ ਰਹੇ। ਹਾਂਜੀ, ਇਹ ਕਾਰਨ ਉਹੀ ਵੀ ਅਸੀਂ ਦਿਹਾੜੇ ਤਾਂ ਬਹੁਤ ਮਨਾ ਰਹੇ ਹਾਂ,
ਨਾ ਅਸੀਂ ਤਿਆਰੀ ਸਾਡੀ ਕੁਛ ਨਹੀਂ ਹੈਗੀ। ਸਾਡੀਆਂ ਜਿਹੜੀਆਂ ਜਥੇਬੰਦੀਆਂ ਜਾਂ ਕਹਿ ਲਿਓ ਗੁਰਦੁਆਰੇ ਦੀਆਂ ਕਮੇਟੀਆਂ ਨੇ ਜਾਂ ਸੰਸਥਾਵਾਂ ਨੇ, ਕਿਤੇ ਨਾ ਕਿਤੇ ਉਹ ਜਿਹੜੇ ਸਾਡੇ ਉੱਥੇ ਆ ਰਹੇ ਨੇ ਦਿਹਾੜੇ ਮਨਾ ਰਹੇ ਨੇ, ਤਾਂ ਉਹਨਾਂ ਤੱਕ ਉਹ ਗੱਲ ਜਿਹੜੀ ਹੈ, ਸਹੀ ਗੱਲ ਜਿਹੜੀ ਪਹੁੰਚਾਈ ਅਜੇ ਡਾਕਟਰ ਗੁਰਦੇਵ ਸਿੰਘ ਜੀ ਥੋੜਾ ਸਮਾਂ ਜੇ ਹੋਰ ਰੁਕ ਜਾਓ, 5-4 ਸਾਲ ਰੁਕ ਜਾਓ, ਜੀ ਤੁਹਾਨੂੰ ਸਿੰਘ ਨਹੀਂ ਲੱਭਣੇ, ਜੀ ਪ੍ਰਚਾਰਕ ਨਹੀਂ ਲੱਭਣੇ। ਹੁਣ ਗ੍ਰੰਥੀ ਸਿੰਘ ਕਿਹਨਾਂ ਨੇ ਬਣਨਾ ਹੈ? ਬਿਹਾਰ ਤੋਂ ਯੂਪੀ ਤੋਂ ਬੰਦੇ ਆਉਣਗੇ, ਜੀ ਉਹਨਾਂ ਨੇ ਪਾਠ ਸਿੱਖਣਾ ਤੇ ਸਿੱਖ ਵੀ ਰਹੇ ਨੇ, ਥੋੜਾ ਬਹੁਤਾ ਸਿੱਖ ਕੇ ਉਹ ਅਖੰਡ ਪਾਠੀ ਵੀ ਬਣ ਰਹੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਆ ਚੰਗੇ ਸ਼ੁੱਧ ਪਾਠੀ ਜਿਹੜੇ ਉਹ ਨਹੀਂ ਲੱਭਣਗੇ। ਨਹੀਂ, ਇਹਦੇ 'ਚ ਬੁਰੀ ਗੱਲ ਕੀ ਹੈ? ਜੇ ਕੋਈ ਸਿੱਖਦਾ, ਜੇ ਆਪਾਂ ਕਹਿੰਦੇ ਨਾ ਵੀ ਸਾਡਾ ਤਾਂ ਜੇ ਬਿਹਾਰ, ਬੁਰੀ ਗੱਲ ਇਹ ਆ ਕਿ ਜਿਹੜੀ ਆਪਣੀ ਕੌਮ ਆ ਹਨਾ, ਸਿੱਖ ਕੌਮ, ਉਹ ਤੇ ਵਿੱਚੋਂ ਨਿਕਲ ਰਹੀ ਹੈ। ਬੁਰੀ ਗੱਲ ਇਹੀ ਹੈ ਨਾ। ਨਹੀਂ ਭਾਈ ਸਾਹਿਬ, ਗੱਲ ਇੱਥੇ ਆਪਾਂ ਗੱਲ ਕਰੀਏ ਵੀ ਆਪਾਂ ਕਹਿੰਦੇ ਆ ਵੀ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ, ਸਭੇ ਸਾਂਝੀ ਵਾਸ ਦਾ ਹੈ। ਚਾਹੇ ਯੂਪੀ ਦਾ ਹੈ, ਚਾਹੇ ਬਿਹਾਰ ਦਾ ਹੈ, ਚਾਹੇ ਮੱਧ ਪ੍ਰਦੇਸ਼ ਦਾ ਹੈ। ਜਦੋਂ ਸਿੱਖੀ ਬਣ ਗਿਆ ਫਿਰ ਆਪਾਂ ਉਹਨੂੰ ਵੱਖਰੀ ਨਜ਼ਰ ਨਾਲ ਕਿਉਂ ਦੇਖਦੇ? ਮੇਰਾ ਇਹ ਵੀ ਸਵਾਲ ਆ ਤੁਹਾਨੂੰ। ਵੱਖਰੀ ਨਜ਼ਰ ਤੋਂ ਮੈਂ ਇਹ ਕਹਿਣ ਤੋਂ ਭਾਵ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਜਾਂ ਸਿੱਖ ਲੋਕ ਨੇ, ਉਹ ਇਹ ਕੰਮ ਛੱਡ ਰਹੇ ਆ, ਉਹ ਛੱਡ ਰਹੇ ਨੇ ਤੇ ਉਹਨਾਂ ਨੇ ਆਣ ਕੇ ਇਸ ਨੂੰ ਗ੍ਰਹਿਣ ਕਰਨਾ, ਗ੍ਰਹਿਣ ਕਰ ਲੈ। ਕੋਈ ਆਵੇ ਸਾਡੀ ਮਾੜੀ ਨਜ਼ਰ ਨਹੀਂ ਗਈ, ਸਿਰਫ ਕਿ ਮੈਨੂੰ ਦੁੱਖ ਇਹ ਲੱਗਾ ਕਿ ਬੁਰਾ ਇਹ ਲੱਗ ਰਿਹਾ ਕਿ ਆਪਣੇ ਜਿਹੜੇ ਲੋਕ ਆ ਉਹ ਬਾਣੀ ਨੂੰ ਛੱਡ ਰਹੇ ਆ। ਕਿਉਂ ਛੱਡ ਰਹੇ ਆ? ਕਿਉਂਕਿ ਅੱਗੇ ਹੁਣ ਉਹ ਸਤਿਕਾਰ ਮਾਨ ਨਹੀਂ ਹੈਗਾ, ਠੀਕ ਹੈ। ਜੇ ਪ੍ਰਬੰਧਕ ਕਮੇਟੀਆਂ ਨੇ ਉਹ ਵੀ ਕਹਿੰਦੀਆਂ ਕਿ ਅਸੀਂ ਦਿਹਾੜੇ ਤੇ ਚੰਗੇ ਵਧੀਆ ਮਨਾ ਲਈਏ, ਲੰਗਰ ਵੀ ਚੰਗੇ ਵਧੀਆ ਲਾ ਲੈਣੇ ਨੇ, ਲੇਕਿਨ ਜਿਹੜਾ ਪ੍ਰਚਾਰ ਹੈ ਉਹ 1-2 ਦਿਨ ਅਸੀਂ ਕਰਵਾ ਲੈਣਾ ਹੈ ਲੱਖਾਂ ਰੁਪਏ ਲਾ ਕੇ। ਜਿਵੇਂ ਹੁਣ ਵੀ ਗੁਰਪੁਰਬ ਮਨਾਏ ਜਾਂਦੇ ਨੇ ਜਾਂ ਸਮਾਗਮ ਵੱਡੇ ਵੱਡੇ ਹੁੰਦੇ ਨੇ, ਨਾਮਵਰ ਰਾਗੀ ਆਉਂਦੇ ਨੇ, 1 ਦਿਨ ਦੇ ਹੋ ਗਏ, 2 ਦਿਨ ਦੇ ਹੋ ਗਏ, ਲੇਕਿਨ ਜਿਹੜਾ ਬਾਕੀ ਸਾਰਾ ਸਾਲ ਹੈ ਉਹ ਉਸ ਨੂੰ ਕਵਰ ਕਿੰਨੇ ਕਰਨਾ ਹੈ? ਆਪਣੇ ਸੁੱਖੇ ਵਾਲਾ ਪਿੰਡ ਹੈ ਜੀ, ਜੀਰੇ ਦੇ ਕੋਲ, ਬਹੁਤ ਇੱਕ ਗੁਰਸਿੱਖ ਦੇ ਨਾਲ ਗੱਲ ਕੀਤੀ, ਕਹਿੰਦੇ ਵੀ ਸਮਾਗਮ ਅਸੀਂ ਕਰਵਾਉਂਦੇ ਆ ਪਿੰਡਾਂ ਦੇ ਵਿੱਚ, ਲੱਖਾਂ ਰੁਪਏ ਲਾਉਂਦੇ ਆ, ਤੇ ਇਹਦੇ ਵਿੱਚ ਕੋਈ ਸ਼ੱਕ ਵੀ ਕੋਈ ਨਹੀਂ, ਲੱਖਾਂ ਰੁਪਏ ਲੱਗਦੇ ਆ, ਲੰਗਰ ਤੇ ਵੀ ਲੱਗਦੇ ਆ, ਸਮਾਗਮਾਂ ਤੇ ਵੀ ਲੱਗਦੇ ਆ। ਸਮਾਗਮ ਹੁੰਦਾ 1 ਦਿਨ ਦਾ ਜਾਂ 2 ਦਿਨ ਦਾ, ਤੇ ਕਹਿੰਦੇ ਵੀ ਸਾਨੂੰ ਅਲਾਇਦਾ ਸਾਨੂੰ ਆਪਣਾ ਬਾਈਟ ਰੱਖਣਾ ਚਾਹੀਦਾ ਪਿੰਡ ਵਾਲਿਆਂ ਨੂੰ ਕਿ ਬਾਕੀ ਜਿਹੜਾ ਸਾਰਾ ਸਾਲ ਹੈ ਉਹ ਅਸੀਂ ਕਿਵੇਂ ਕੱਢਣਾ, ਇਹ ਪ੍ਰਚਾਰ ਕਿਵੇਂ ਕਰਨਾ। ਕਹਿੰਦੇ ਵੀ ਘੱਟੋ ਘੱਟ 1,50,000 ਰੁਪਇਆ ਜਿਹੜਾ ਸਾਨੂੰ ਵੱਖਰਾ ਰੱਖਣਾ ਚਾਹੀਦਾ ਸਿਰਫ ਸਿੱਖੀ ਦੇ ਪ੍ਰਚਾਰ ਲਈ, 1 ਸਾਲ ਲਈ। ਕਹਿੰਦੇ ਕੋਈ ਵੱਡੀ ਗੱਲ ਨਹੀਂ। ਦੇਖੋ ਆਪਾਂ ਕਿੰਨੇ ਵਿਆਹ ਸ਼ਾਦੀਆਂ ਕਰਦੇ ਆ ਜਾਂ ਆਪਣੇ ਘਰ ਬਣਾਉਂਦੇ ਆ ਜਾਂ ਕੋਈ ਵੀ ਗੱਲ ਬਾਤ ਹੈ ਹਨਾ, ਤੇ ਕਿੰਨਾ ਖਰਚ ਕਰਦੇ ਆ ਆਪਣਾ ਘਰ ਬਣਾਉਣ ਲਈ, ਕਿੰਨਾ ਖਰਚ ਕਰਦੇ ਆ, ਕਰੋੜ ਰੁਪਈਆ ਲੱਗ ਜਾਂਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਇਹ ਪੰਥ ਵਧਾਇਆ ਆ, ਤੋਰਿਆ ਆ, ਨਾਨਕ ਨਿਰਮਲ ਪੰਥ ਚਲਾਇਆ, ਸਿੱਖੀ ਦਾ ਬੂਟਾ ਲਾਇਆ ਹੈ। ਹਾਂਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖੋ ਆਪਣਾ ਪਰਿਵਾਰ ਵੀ ਪਿੱਛੇ ਛੱਡ ਦਿੱਤਾ। ਸੱਸ ਮਾਤਾ ਚੰਦੋ ਰਾਣੀ ਜੀ ਉਹ ਵੀ ਗੁੱਸਾ ਕਰਦੇ ਸੀ ਕਿ ਜਵਾਈ ਕਿਹੋ ਜਿਹਾ ਲੱਭਿਆ, ਇਹਨੂੰ ਆਪਣੇ ਪਰਿਵਾਰ ਦਾ ਪਤਾ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੱਸ ਮਾਤਾ ਜੀ ਦਾ ਸਤਿਕਾਰ ਕਰਦੇ ਸੀ, ਤੇ ਉਹ ਕਹਿੰਦੇ ਸੀ ਵੀ ਤੁਹਾਡੇ ਬੱਚਿਆਂ ਨੂੰ ਕੌਣ ਦਵੇਗਾ ਖਾਣ ਨੂੰ। ਤੇ ਮਹਾਰਾਜ ਕਹਿੰਦੇ ਸੀ ਮਾਤਾ ਜੀ ਸਾਰਾ ਸੰਸਾਰ ਛਕ ਰਿਹਾ ਹੈ, ਜਿੱਥੇ ਸਾਰਾ ਸੰਸਾਰ ਛਕ ਰਿਹਾ ਵਾ ਭੁੱਖਾ ਨਹੀਂ ਮਰਦਾ, ਇਹ ਬੱਚੇ ਵੀ ਪਲ ਜਾਣਗੇ। ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਬਾਬਾ ਮਹਿਤਾ ਕਾਲੂ ਜੀ ਨੇ ਕਿੰਨੀਆਂ ਆਫਰਾਂ ਦਿੱਤੀਆਂ ਕਿ ਤੁਸੀਂ ਖੇਤੀ ਕਰ ਲਓ, ਤੁਸੀਂ ਸੌਦਾਗਰੀ ਕਰ ਲਓ, ਤੁਸੀਂ ਵਪਾਰ ਕਰ ਲਓ, ਤੇ ਮਹਾਰਾਜ ਕਹਿੰਦੇ ਅਸੀਂ ਸਾਰਾ ਕੁਝ ਕਰ ਰਹੇ ਹਾਂ, ਕਹਿੰਦੇ ਅਸੀਂ ਸਾਰਾ ਕੁਝ ਕਰ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਰਾ ਜੀਵਨ ਦੇਖੋ 4 ਉਦਾਸੀਆਂ ਦੇ ਵਿੱਚ ਹੀ ਲਾ ਦਿੱਤਾ ਹੈ। ਨਹੀਂ ਤੇ ਅੱਜ ਕੱਲ੍ਹ ਕੌਣ ਹੈ ਕੋਈ ਜਾਏਗਾ, ਕੋਈ ਪ੍ਰਚਾਰ ਕਰਨ ਵੀ ਜਾਂਦਾ ਹੈ ਨਾ, ਕੋਈ ਵੀ ਕਿਸੇ ਨੂੰ ਕੋਈ ਅੱਗੋਂ ਕੋਈ ਗੱਲਬਾਤ ਕਰ ਦਵੇ ਤੇ ਇੱਕ ਗੱਲ ਮੇਰੀ ਗੱਲ ਸੁਣੋ, ਉਹ ਬੰਦਾ ਉੱਥੇ ਸਟਾਪ ਹੋ ਜਾਏਗਾ ਕਿ ਮੈਨੂੰ ਗੱਲਾਂ ਸੁਣਨ ਨੂੰ ਮਿਲੀਆਂ, ਮੈਂ ਹੁਣ ਗੁਰੂ ਘਰ ਨਹੀਂ ਜਾਣਾ, ਮੈਂ ਆਹ ਕੰਮ ਨਹੀਂ ਕਰਨਾ। ਪਰ ਗੁਰੂ ਨਾਨਕ ਦੇਵ ਜੀ ਵੱਲ ਵੇਖੋ, ਗੁਰੂ ਨਾਨਕ ਦੇਵ ਜੀ ਨੂੰ ਕੋਈ ਕਹੇ ਭੂਤ ਨਾ ਕੋਈ ਬੇਤਾਲਾ, ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਸ਼ਨ ਸੀ ਕਿ ਨਾਨਕ ਨਿਰਮਲ ਪੰਥ ਚਲਾਇਆ ਕਿ ਇਸ ਪੰਥ ਨੂੰ ਅੱਗੇ ਤੋਰਨਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਮਿਸ਼ਨ ਪੂਰਾ ਕੀਤਾ। ਅੱਜ ਅਸੀਂ ਵੇਖੋ ਸਾਡੇ ਸਿੱਖੀ ਸਰੂਪ ਨੇ, ਬੈਠੇ ਆ, ਆਨੰਦ ਲੈ ਰਹੇ ਆ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੇਣ ਹੈ। ਤੇ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਥੋੜਾ ਬਾਈਟ ਰੱਖ ਕੇ, ਤੇ ਜੇ ਅਸੀਂ ਸਿੱਖੀ ਦਾ ਪ੍ਰਚਾਰ ਸਾਰਾ ਸਾਲ ਕਰਵਾਈਏ, ਕਲਾਸਾਂ ਲਵਾਈਏ, ਤੇ ਕਿਉਂ ਨਹੀਂ ਫਰਕ ਪਵੇਗਾ? ਜੇ ਨਹੀਂ ਫਰਕ ਪਵੇਗਾ ਮੈਨੂੰ ਥੱਲੇ ਬਿਠਾ ਲਿਓ। ਬਿਲਕੁਲ, ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਇਹ ਤਾਂ ਠੀਕ, ਬਹੁਤ ਅੱਛਾ ਤੁਹਾਡਾ ਜਿਹੜਾ ਹੈਗਾ ਜਿਹਨੇ ਤੁਸੀਂ ਗੱਲ ਕਰੀ, ਉਹਨਾਂ ਦਾ ਬੜੀਆ, ਉਹਨਾਂ ਦਾ ਅਸੀਂ
ਇੱਕ ਨਜ਼ਰੀਆ ਜਿਹੜਾ ਸੀ ਹੈ ਨਾ, ਦੂਰ ਦੀ ਦ੍ਰਿਸ਼ਟੀ ਜਿਹੜੀ ਕਹਿ ਲਓ ਤੁਸੀਂ। ਪਰ ਨਾਲ ਨਾਲ ਉਹੀ ਗੱਲ ਆਪਣੀ ਆ ਜਾਂਦੀ ਹੈ ਵੀ ਜਿਹੜੇ ਦਿਹਾੜੇ ਆ, ਹੁਣ ਮਹਾਰਾਜ ਆਪਣੇ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਅਸੀਂ ਮਨਾ ਰਹੇ ਹਾਂ, ਕਿਉਂ ਨਹੀਂ ਇਸ ਦਿਨ ਵੀ ਇਸ ਦਿਨ ਨੂੰ ਕਿਵੇਂ ਜਿਹੜਾ ਹੈਗਾ ਮਨਾਉਣ ਦਾ ਜਿਹੜਾ ਤਰੀਕਾ ਉਹਨੂੰ ਕਿਵੇਂ ਬਦਲਿਆ ਜਾਵੇ, ਜਾਂ ਕਿਹੜੀ ਰੀਤ ਹੈ ਗੁਰਮਤ ਦੀ, ਕਿਹੜੀ ਰੀਤ ਹੈਗੀ ਵੀ ਆਪਾਂ ਇਹਨਾਂ ਦਿਹਾੜਾਂ ਨੂੰ ਮਨਾਈਏ। ਅਸਲ ਰੀਤ ਆਪਾਂ ਨੂੰ ਜੇ ਗੁਰਮਤ ਦੇ, ਜੇ ਗੁਰੂ ਗ੍ਰੰਥ ਸਾਹਿਬ ਦੀ ਜੀ ਗੱਲ ਕਰੀਏ, ਜੇ ਸਿੱਖ ਇਤਿਹਾਸ ਦੀ ਗੱਲ ਕਰੀਏ, ਕਿਹੜੀ ਰੀਤ ਨਾਲ ਆਪਾਂ ਨੂੰ ਮਨਾਉਣਾ ਚਾਹੀਦਾ? ਦੇਖੋ ਜੀ, ਜਿਹੜੇ ਦਿਨ ਦਿਹਾੜ ਆਉਂਦੇ ਨੇ, ਗੁਰਪੁਰਬ ਆਉਂਦੇ ਨੇ, ਮਨਾਏ ਤੇ ਇਸੇ ਤਰ੍ਹਾਂ ਹੀ ਜਾਣੇ ਆ। ਅਖੰਡ ਪਾਠ ਸਾਹਿਬ ਆਰੰਭ ਹੋ ਗਿਆ, ਕਥਾ ਕੀਰਤਨ ਹੋ ਗਿਆ, ਇਹਦੇ ਵਿੱਚ ਅਸੀਂ ਥੋੜਾ ਚੇਂਜਿੰਗ ਕਰ ਸਕਦੇ ਹਾਂ, ਹੋਰ ਇਹਨੂੰ ਵਧਾ ਸਕਦੇ ਹਾਂ। ਮੰਨ ਲਓ ਕਿ ਕਈ ਪਿੰਡ ਇਸ ਤਰ੍ਹਾਂ ਦੇ ਹੈਗੇ ਨੇ, ਜਿਵੇਂ ਪਿੰਡ ਡਿੰਗਰੀਆਂ ਆਦਮਪੁਰ ਦੇ ਕੋਲ, ਜਿੱਥੇ ਸੰਤ ਗਿਆਨੀ ਕਰਤਾਰ ਸਿੰਘ ਜੀ ਵੀ ਆਉਂਦੇ ਰਹੇ ਆ ਸਮਾਗਮ ਕਰਨ, ਸੰਤ ਗਿਆਨੀ ਜਰਨੈਲ ਸਿੰਘ ਜੀ ਵੀ ਜਾਂਦੇ ਰਹੇ ਨੇ, ਤੇ ਉੱਥੇ ਤਕਰੀਬਨ 1 ਹਫ਼ਤੇ ਦਾ ਸਮਾਗਮ ਚੱਲਦਾ ਹੈ ਲਗਾਤਾਰ ਜੀ, ਕਥਾ ਕੀਰਤਨ ਚੱਲਦਾ ਹੈ, ਨਾਲ ਸੰਥਿਆ ਚੱਲਦੀ ਹੈ। ਇਸ ਤਰ੍ਹਾਂ ਸਾਨੂੰ ਆਪੋ ਆਪਣੇ ਪਿੰਡਾਂ ਦੇ ਵਿੱਚ ਤਕਰੀਬਨ 1 ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ ਸਾਨੂੰ ਕਲਾਸਾਂ ਲਾਉਣੀਆਂ ਚਾਹੀਦੀਆਂ ਕਿ ਗੁਰਪੁਰਬ ਆ ਰਿਹਾ ਆ, ਤੇ ਕਲਾਸਾਂ ਲੱਗਣਗੀਆਂ 1 ਘੰਟਾ 2 ਘੰਟੇ ਜਿੰਨਾ ਵੀ ਸਮਾਂ ਮਿਲਦਾ ਆ, ਤੇ ਕਲਾਸਾਂ ਲੱਗਣ, ਸੰਥਿਆ ਗੁਰਬਾਣੀ ਦੀ ਹੋਵੇ, ਗੁਰਮਤ ਦੇ ਨਾਲ ਸੰਗਤਾਂ ਨੂੰ ਜੋੜਿਆ ਜਾਵੇ ਕਿ ਗੁਰਪੁਰਬ ਆਉਂਦੇ ਤੱਕ ਜਿਹੜੀਆਂ ਸੰਗਤਾਂ ਉਹ ਸੂਝ ਬੂਝ ਵਾਲੀਆਂ ਹੋ ਸਕਣ ਕਿ ਵਾਕਈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਆ, ਉਹਨਾਂ ਨੇ ਕੀ ਕੀਤਾ ਸਾਡੇ ਲਈ, ਕਿਵੇਂ ਮਨਮਤ ਨੂੰ ਪਰੇ ਕੀਤਾ ਹੈ, ਕਿਵੇਂ ਵਹਿਮਾਂ ਭਰਮਾਂ ਚੋਂ ਕੱਢ ਕੇ ਸੰਗਤ ਨੂੰ ਰੱਬ ਦੇ ਨਾਮ ਨਾਲ ਜੋੜਿਆ ਹੈ, ਤੇ ਇਹ ਚੀਜ਼ ਜਿਹੜੀ ਹੈ ਸਾਡੇ ਹਿਰਦੇ ਵਿੱਚ ਵੜਨੀ ਚਾਹੀਦੀ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਹਾਂਜੀ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਬਾਣੀ ਦੀ ਤੁਕ ਕਿਹੜੇ ਪਾਤਸ਼ਾਹ ਦੀ ਹੈ? ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਮਹਾਰਾਜ ਜੀ। ਮੈਂ ਤੁਹਾਨੂੰ ਸਵਾਲ ਤਾਂ ਕੀਤਾ ਕਿਉਂਕਿ ਬਹੁਤ ਸਾਰੀ ਸੰਗਤ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਜਿਹੜਾ ਇਹ ਵਾਕ ਹੈ, ਜਿਹੜਾ ਇਹ ਫਰਮਾਨ ਹੈ ਜਾਂ ਬਾਣੀ ਹੈ, ਇਹ ਕਿਹੜੇ ਪਾਤਸ਼ਾਹ ਨਾਲ ਉਚਾਰੀ ਹੈ ਤੇ ਇਹਦਾ ਕੀ ਅਰਥ ਹੈ। ਕਿਉਂਕਿ ਅੱਜ ਕੱਲ ਜਿਹੜਾ ਚੱਲ ਰਿਹਾ ਹੈ, ਭਾਈ ਅਮਰਤਪਾਲ ਸਿੰਘ ਇਸ ਤੁਕ ਨੂੰ ਬਹੁਤ ਜਿਹੜਾ ਯੂਜ਼ ਕਰ ਰਹੇ ਨੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਇੱਕ ਸਾਡੇ ਤੇ ਕੰਡੀਸ਼ਨ ਲਾਈ ਹੈ, ਭਾਈ ਜੇ ਪ੍ਰੇਮ ਦੀ ਖੇਡ ਖੇਡਣੀ ਹੈ ਤਾਂ ਤੁਸੀਂ ਇੱਧਰ ਨੂੰ ਆਓ। ਇਹਦੇ ਵੇਖੋ ਜੀ, ਇਹ ਜਿਹੜੀ ਖੇਡ ਹੈ ਨਾ, ਇਹ ਬੜੀ ਉੱਪਰ ਦੀ ਖੇਡ ਆ ਜੀ, ਇਹ ਥੱਲੇ ਲੈਵਲ ਦੀ ਖੇਡ ਨਹੀਂ ਹੈਗੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਵੀ ਜੇ ਤੈਨੂੰ ਇਸ ਖੇਡ ਦੇ ਵਿੱਚ ਚਾਹ ਹੈਗਾ ਨਾ ਖੇਡਣ ਦਾ, ਇਹ ਪ੍ਰੇਮ ਦੀ ਖੇਡ ਆ, ਇਹਦੇ ਵਿੱਚ ਹੋਰ ਕੋਈ ਧੱਕੇਸ਼ਾਹੀ ਨਹੀਂ ਹੈ, ਕੋਈ ਜ਼ਬਰਦਸਤੀ ਨਹੀਂ, ਕੋਈ ਕੁਛ ਨਹੀਂ, ਇਹ ਗੱਲ ਪ੍ਰੇਮ ਦੀ ਆ। ਕਹਿੰਦੇ ਇਸ ਪ੍ਰੇਮ ਦੀ ਖੇਡ ਦੇ ਵਿੱਚ ਜੇ ਤੂੰ ਆਉਣਾ ਹੈ ਨਾ, ਤੇ ਆਪਣਾ ਸਿਰ ਤਲੀ ਤੇ ਰੱਖ ਕੇ ਆਉਣਾ, ਭਾਵ ਕਿ ਸਭ ਕੁਝ ਆਪਣਾ ਤਿਆਗ ਕੇ ਕੁਰਬਾਨ ਕਰਕੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਨਾ ਆ, ਤੇ ਆਤਮਿਕ ਆਨੰਦ ਲੈਣ ਲਈ ਮੈਂ ਮਾਰ ਕੇ ਆਤਮਿਕ ਆਨੰਦ ਲੈਣ ਲਈ। ਆਪਾਂ ਤਾਂ ਆਨੰਦ ਲੈਂਦੇ ਨਾ, ਦੁਨੀਆ ਦਾ ਆਨੰਦ ਲੈਂਦੇ ਆ, ਆਤਮਿਕ ਆਨੰਦ ਲੈਣ ਲਈ ਕਿ ਜਿਹੜੇ ਆਤਮਿਕ ਆਨੰਦ ਆ ਉਹ ਵਿਰਲੇ ਹੀ ਗੁਰੂ ਦੇ ਪਿਆਰੇ ਲੈ ਰਹੇ ਆ। ਠੀਕ ਹੈ ਜੀ। ਤੇ ਇੱਕ ਨਾ ਆਮ ਹੀ ਹੁੰਦਾ ਵੀ ਕਹਿੰਦੇ ਵੀ ਮੈਂ ਤਾਂ ਨਾਨਕ ਪੰਥੀ ਹੈ, ਕਹਿੰਦੇ ਮੈਂ ਨਾਨਕ ਸਾਹਿਬ ਨੂੰ ਮੰਨਦਾ ਜੀ, ਹੈ ਨਾ, ਸਾਰੇ ਹੈ। ਆਪਾਂ ਕੋਈ ਕਹਿੰਦੇ ਕੋਈ ਜ਼ਿਆਦਾ ਆਪਾਂ ਕਰਦੇ, ਜਿੱਦਾਂ ਅੰਮ੍ਰਿਤਸਰ 'ਚ ਰਹਿੰਦੇ ਹਾਂ ਆਪਾਂ, ਜ਼ਿਆਦਾ ਕਹਿੰਦੇ ਵੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਨਾ, ਤੇ ਕਿਤੇ ਨਾ ਕਿਤੇ ਕਈ ਜਿਹੜੇ ਬੰਦੇ ਅੰਮ੍ਰਿਤ ਨਹੀਂ ਛਕਦੇ, ਉਹ ਜ਼ਿਆਦਾਤਰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਵੀ ਅਸੀਂ ਨਾਨਕ ਨਾਮ ਲੇਵਾ ਸੰਗਤ ਵੀ ਕਹਿ ਦਿੰਦੇ ਆਪਾਂ। ਇਹਨਾਂ ਸ਼ਬਦਾਂ ਨੂੰ ਆਪਾਂ ਕਿਸ ਤਰ੍ਹਾਂ ਪਰਿਭਾਸ਼ਿਤ ਕਰੀਏ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਔਰ ਗੁਰੂ ਨਾਨਕ ਪਾਤਸ਼ਾਹ ਨੂੰ ਕਿਤੇ ਵੱਖ-ਵੱਖ ਕਰਕੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਕਈ ਬੰਦੇ ਵੀ ਹਾਂ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਗੱਲ ਕਰਾਂਗੇ ਤਾਂ ਅੰਮ੍ਰਿਤ ਛਕਣਾ ਪਏਗਾ, ਤੇ ਇਹ ਵੱਖਰਤਾ ਹੈ ਜਾਂ ਕਿਵੇਂ ਹੈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ? ਵੇਖੋ ਜੀ, ਜੇ ਤੇ ਅਸੀਂ ਇੱਕ ਜੋਤ ਸਮਝਦੇ ਹਾਂ ਹਨਾ, ਇੱਕ ਜੋਤ ਸਮਝਦੇ ਫਿਰ ਤਾਂ ਸਾਨੂੰ ਇਕੱਠੇ ਸਮਝਣਾ ਪਵੇਗਾ। ਤੇ ਜਿਹੜੇ ਬੰਦੇ ਗੁਰੂ ਨਾਨਕ ਦੇਵ ਜੀ ਨੂੰ ਵੱਖ ਸਮਝਦੇ ਆ, ਬਹੁਤ ਪਰਿਵਾਰ ਐਸੇ ਵੀ ਹੈਗੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਾਨੂੰ ਮਿਲੇ ਆ ਕਿ ਜਦੋਂ ਵੀ ਉਹ ਗੱਲ ਕਰਨਗੇ ਗੁਰੂ ਨਾਨਕ ਦੇਵ ਜੀ ਦੀ ਕਰਨਗੇ, ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਕਰਨਗੇ। ਉਹਨਾਂ ਦਾ ਆਪਣਾ ਨਜ਼ਰੀਆ, ਆਪਣੀ ਸੋਚ ਉਹਨਾਂ ਦੀ ਕਿ ਕਿਵੇਂ ਉਹਨਾਂ ਨੇ ਕੀ ਵੇਖਣਾ, ਆਪਣੀ ਹੋ ਗਈ ਨਾ ਫਿਰ ਆਪਾਂ ਉਹ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਹਾ ਸੀ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਆਪਾਂ ਮਾਰਨਾ ਸੀ, ਪਰ ਆਪਣਾ ਵਿਚਾਰ ਜਿਹੜਾ ਹੈਗਾ ਉਹ ਫਿਰ ਆ ਗਿਆ ਵੀ ਆਪਣੀ। ਵੇਖੋ ਜੀ, ਗੁਰੂ ਨਾਨਕ ਦੇਵ ਜੀ ਨੂੰ ਜੇ ਮੰਨਣਾ ਆ, ਮੰਨਦੇ ਆ, ਮੰਨ ਲਓ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨਹੀਂ ਕਰਦੇ, ਤੇ ਗੁਰੂ ਨਾਨਕ ਦੇਵ ਜੀ ਨੂੰ ਜੇ ਮੰਨਣਾ ਆ ਤੇ ਫਿਰ ਗੁਰੂ ਨਾਨਕ ਦੇਵ ਜੀ ਦੇ ਬਦਨਾਂ ਤੇ ਪਹਿਰਾ ਦੇਣ, ਜਿਵੇਂ ਸਭ ਕੁਝ ਆਪਣਾ ਮੋਹ ਮਾਇਆ ਤਿਆਗ ਕੇ ਗੁਰੂ ਨਾਨਕ ਦੇਵ ਜੀ ਚਰਨਾਂ ਦੇ ਨਾਲ ਜੁੜਨਾ, ਕੋਈ ਗੱਲ ਨਹੀਂ ਗੀ, ਹੈ ਨਾ।
ਬਾਕੀ ਗੱਲ ਕਿ ਇਹ ਸਿੱਖੀ ਹੋਏਗੀ ਫਿਰ? ਬਾਕੀ ਗੱਲ ਇਹ ਆ ਵੀ ਗੱਲ ਪ੍ਰੇਮ ਦੀ ਆ ਨਾ। ਨਹੀਂ ਹਨਾ ਫਿਰ ਆਪਾਂ ਇਹਨੂੰ ਗੁਰਮਤ ਸਾਡੀ ਵੀ ਕਿੱਥੇ ਜਾਏਗੀ? ਗੁਰਮਤ ਕੀ ਕਹਿੰਦੀ ਹੈ? ਵੇਖੋ ਜੀ, ਗੁਰਮਤ ਤੇ ਸਾਨੂੰ ਇਹੀ ਕਹਿ ਰਹੇ ਕਿ ਵੀ ਇਕੱਲੇ ਗੁਰੂ ਨਾਨਕ ਸਾਹਿਬ ਨਾਲ ਜੁੜ ਗਏ ਆਪਾਂ। ਅਸੀਂ ਅਰਦਾਸ ਵੀ ਕਰਦੇ ਆ ਕਿ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੀ ਜੇ ਤਾਂ ਅਸੀਂ ਜੋਤ ਇੱਕ ਜਨਨੀ, ਫਿਰ ਤੇ ਗੁਰੂ ਨਾਨਕ ਦੇਵ ਜੀ ਵੀ ਉਹੀ ਨੇ, ਗੁਰੂ ਗੋਬਿੰਦ ਸਿੰਘ ਜੀ ਵੀ ਉਹੀ ਨੇ, ਇੱਕ ਨੇ। ਗੁਰੂ ਗ੍ਰੰਥ ਸਾਹਿਬ ਜੀ ਵੀ ਉਹੀ ਨੇ। ਲੇਕਿਨ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਘਰ ਕਰ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਾਂਗੇ ਤੇ ਸ਼ਾਂਤੀ ਬਣੀ ਰਹੂਗੀ। ਇੱਕ ਗੱਲ ਮੈਂ ਤੁਹਾਡੇ ਤੇ ਵੀ ਸੁਣਿਆ ਵੀ ਗੁਰੂ ਰਾਮਦਾਸ ਜੀ ਦੀ ਕਿਰਪਾ ਕਰਕੇ ਸਦਕਾ ਆਮ ਹੀ ਵਰਤਦੇ ਨੇ ਵੀ ਇਹ ਸਾਰਾ ਕੁਝ ਹੋਇਆ। ਅਸੀਂ ਕਿਉਂ ਨਹੀਂ ਇਹ ਗੱਲ ਕਰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਸਾਰਾ ਕੁਝ? ਸਾਡੇ ਸਿੱਖਾਂ ਦੇ ਮੂੰਹ ਤੇ ਗੱਲ ਹੀ ਨਹੀਂ ਹੈਗੀ ਇਹ। ਜ਼ਿਆਦਾਤਰ ਇਹ ਹੁੰਦਾ ਹੈ ਵੀ ਜਿੱਥੇ ਜਿਸ ਏਰੀਏ 'ਚ ਰਹਿੰਦੇ ਆ, ਜਿਸ ਗੁਰੂ ਸਾਹਿਬ ਨੇ ਉੱਥੇ ਚਰਨ ਪਾਏ ਆ, ਅਸੀਂ ਉਸੇ ਗੱਲ ਨੂੰ ਲੈ ਕੇ ਉਸੇ ਚੀਜ਼ ਨੂੰ ਉਹ ਕਰ ਲਾ ਪੈਂਦੇ ਆ ਕਿ ਇਹ ਗੁਰਮਤਿ ਦੇ ਵਿੱਚ ਹੈਗਾ। ਕਿਉਂ ਨਹੀਂ ਅਸੀਂ ਉੱਥੇ ਇਹ ਨਹੀਂ ਕਹਿ, ਉੱਥੇ ਜੇ ਅਸੀਂ ਇਦਾਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਹੋਇਆ, ਵੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਕਰਕੇ ਕਿਉਂ ਨਹੀਂ ਬੋਲਦੇ? ਅਸੀਂ ਵੱਖ-ਵੱਖ ਗੁਰੂਆਂ ਦੇ ਨਾਮ ਲੈ ਕੇ ਕਿਉਂ ਬੋਲਦੇ ਆ? ਇਹ ਗੁਰਮਤਿ ਦੇ ਕਿੱਥੇ ਖੜਦਾ ਹੈ? ਦੇਖੋ ਜੀ, 10 ਜਾਮੇ ਹੋਏ ਆ ਜੀ, ਗੁਰੂ ਸਾਹਿਬਾਨਾਂ 10 ਜਾਮੇ ਨੇ ਜੀ, ਤੇ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬ ਦਾ ਅਸੀਂ ਕਿਸੇ ਦਾ ਵੀ ਨਾਮ ਲੈ ਸਕਦੇ ਹਾਂ। ਬਾਕੀ ਸੰਗਤ ਦੀ ਜਿਹੜੀ ਭਾਵਨਾ ਹੈ ਨਾ ਉਹ ਵੱਧ ਜਾਂਦੀ। ਜਿਵੇਂ ਜਿਸ ਵੀ ਇਲਾਕੇ 'ਚ ਜਿਹੜਾ ਵੀ ਗੁਰੂ ਘਰ ਇਤਿਹਾਸਕ ਪੈਂਦਾ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਉੱਥੇ ਲਿਆ ਜਾਂਦਾ ਹੈ, ਸ਼ਬਦ ਪੜ੍ਹੇ ਜਾਂਦੇ ਜਾਂ ਜਿਸ ਤਰ੍ਹਾਂ ਵੀ ਆ, ਉਹ ਸੰਗਤ ਦੀ ਭਾਵਨਾ ਬਣ ਜਾਂਦੀ। ਜੇ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਸ੍ਰੀ ਹਰਿਮੰਦਰ ਸਾਹਿਬ, ਸੱਚਖੰਡ ਸਾਹਿਬ, ਉੱਥੇ ਜਾ ਕੇ ਅਸੀਂ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਂਦੇ। ਭਾਵਨਾ ਔਰ ਗੁਰਮਤਿ, ਹਾਂਜੀ, ਇਹਨਾਂ ਨੂੰ ਵੱਖ ਕਰੋ। ਫਿਰ ਕਿਵੇਂ? ਜਿੱਦਾਂ ਉਹੀ ਤਾਂ ਗੱਲ ਆ ਗਈ ਇਹ ਸਾਰੀ ਵੀ ਜਿਹੜੇ ਸਾਡੇ ਦਿਹਾੜੇ ਆ, ਹਾਂਜੀ, ਇਹਨਾਂ ਦਿਹਾੜਿਆਂ ਦੇ ਸਾਨੂੰ ਇਹਨਾਂ ਗੱਲਾਂ ਦਾ ਸਿਖਾਉਣਾ ਸਾਡਾ ਬਣਦਾ ਹੈ। ਹਾਂਜੀ, ਜੇ ਉਹ ਸਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ, ਹਾਂਜੀ, ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਜੇ ਅਸੀਂ ਅੰਮ੍ਰਿਤਸਰ 'ਚ ਵੀ ਰਹੀਏ, ਉੱਥੇ ਵੀ ਅਸੀਂ ਇਹ ਕਹੀਏ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਹੋਇਆ। ਜੇ ਅਸੀਂ ਅਨੰਦਪੁਰ ਸਾਹਿਬ ਹੈ ਤੇ ਉੱਥੇ ਵੀ ਜੇ ਅਸੀਂ ਇਹ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਰਪਾ ਕਰਕੇ ਹੋ ਰਿਹਾ, ਕਿਉਂਕਿ 10 ਗੁਰੂਆਂ ਦੀ ਜਿਹੜੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਹੈ। ਜੇ ਅਸੀਂ ਉੱਥੇ ਇਹ ਗੱਲ ਕਵਾਂਗੇ ਫਿਰ ਏਕਤਾ ਵੀ ਹੋਏਗੀ। ਇੱਥੇ ਸਾਨੂੰ ਗੁਰੂ ਦੀ ਸਾਡੀ ਜਿਹੜੀ ਹੈਗੀ ਹੈ, ਜਿਹੜੀ ਅੱਜ ਬੇਅਦਬੀਆਂ ਹੋ ਰਹੀਆਂ, ਸਾਨੂੰ ਉਹ ਜਿਹੜੀ ਹੈਗੀ ਨਾ ਵੀ ਬਹੁਤ ਸਾਰੇ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬੁੱਕ ਦੇ ਤੌਰ ਦੇ, ਕਿਤਾਬ ਦੇ ਰੂਪ ਦੇ ਵਿੱਚ ਹੀ ਦੇਖਦੇ ਨੇ ਵੀ ਪੜ੍ਹ ਕੇ ਚਲੇ। ਉਹ ਗਲਤ ਗੱਲ ਆ। ਹੁਣ ਦੇਖੋ, ਜੇ ਕਿਸੇ ਗੁਰੂ ਸਾਹਿਬਾਨ ਦਾ ਨਾਮ ਲਿਆ ਜਾਂਦਾ ਹੈ ਨਾ, ਉਹਦੇ ਪਿੱਛੇ ਵੀ ਕਈ ਗੱਲਾਂ ਨੇ ਜੀ। ਹੁਣ ਮੰਨ ਲਓ ਅਸੀਂ ਕਿਸੇ ਗੁਰੂ ਸਾਹਿਬਾਨ ਦਾ ਨਾਮ ਨਹੀਂ ਲੈਂਦੇ ਤੇ ਉਸ ਗੁਰੂ ਸਾਹਿਬ ਦੇ ਬਾਰੇ ਜਿਹੜੇ ਮਗਰ ਸਾਰਾ ਇਤਿਹਾਸ ਹੈ, ਸਾਰਾ ਲੁਕਿਆ ਪਿਆ ਹੈ, ਉਹ ਕਿਵੇਂ ਅੱਗੇ ਆਵੇਗਾ? ਜਿਹੜੀ ਅਗਲੀ ਨਵੀਂ ਪੀੜ੍ਹੀ ਆ ਹਨਾ, ਆਣਾ ਤਾਂ ਠੀਕ ਹੈ, ਇਤਿਹਾਸ ਜ਼ਰੂਰੀ ਹੈ। ਜਦੋਂ ਇਤਿਹਾਸ ਦੀ ਗੱਲ ਕਰਨੀ, ਨਹੀਂ ਗੱਲ ਕਰਨੀ ਤਾਂ ਠੀਕ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਹੋ ਰਹੀ ਹੈ, ਗੱਲ ਕਰਾਂਗੇ। ਗੱਲ ਮੇਰਾ ਸਵਾਲ ਇਹ ਸੀ ਵੀ ਅਸੀਂ ਆਮ ਆਪਾਂ ਜਦੋਂ ਗੱਲ ਕਰਦੇ ਹਾਂ, ਆਮ ਹੀ ਸਾਡੀ ਜ਼ਿੰਦਗੀ, ਅਸੀਂ ਘਰਾਂ 'ਚ ਵੀ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਜਾਂ ਗੁਰੂ ਹਨਾ, ਅਸੀਂ ਇੱਕ ਸਰੀਰ ਹੋ ਗਿਆ ਨਾ, ਜੋਤ ਕਿੱਥੇ ਗਈ? ਜੋਤ ਕਿੱਥੇ ਗਈ ਸਾਡੀ? ਵੀ ਅਸੀਂ ਉਹ ਜੋਤ ਨੂੰ ਵੱਖ-ਵੱਖ ਕਰ ਲਿਆ ਨਾ। ਫਿਰ ਪਹਿਲੀ ਗੱਲ, ਹੁਣ ਜੋਤ ਤਾਂ ਇੱਕ ਹੈ, ਜੋਤ ਇੱਕ। ਫਿਰ ਕਿਉਂ ਨਹੀਂ? ਇਦਾਂ ਨਹੀਂ ਹੋਣਾ ਚਾਹੀਦਾ? ਜੋਤ ਇੱਕ ਹੈ। ਫਿਰ ਦੇਖੋ, ਫਿਰ 10 ਜੋਤਾਂ ਨਹੀਂ ਹੋ ਜਾਂਦੀਆਂ? ਧੰਨ ਗੁਰੂ ਗ੍ਰੰਥ ਸਾਹਿਬ ਦਾ ਜੇ ਅਸੀਂ ਨਾਮ ਲੈਨੇ ਤਾਂ ਵੀ ਜੋਤ ਇੱਕ ਹੈ ਜੀ। ਹਾਂਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈਨੇ ਤਾਂ ਵੀ ਜੋਤ ਇੱਕ ਹੈ ਜੀ। ਜੋਤ ਵੱਖ ਨਹੀਂ ਹੋਣੀ ਜੀ, ਜੋਤ ਇੱਕ ਹੀ ਰਹਿਣੀ ਹੈ ਜੀ। ਹੁਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਜੀ। ਹੁਣ ਜੇ ਤੁਸੀਂ ਕਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਹੀ ਹੈ ਨਾ, ਮੈਂ ਇਹ ਤਾਂ ਗੱਲ ਹੀ ਨਹੀਂ ਹੈਗੀ। ਮੈਂ ਤਾਂ ਆਮ ਦਿਨਾਂ 'ਚ ਭਾਈ ਸਾਹਿਬ ਗੱਲ ਕਰਦਾ ਵੀ ਜੇ ਆਮ ਦਿਨਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਪ੍ਰਕਾਸ਼ ਦਿਹਾੜਾ ਕੋਈ ਨਹੀਂ ਹੈਗਾ, ਕੋਈ ਗੁਰਪੁਰਬ ਨਹੀਂ ਹੈਗਾ। ਤੁਸੀਂ ਆਪ ਅੱਜ ਅਸੀਂ ਅੰਮ੍ਰਿਤਸਰ ਦੀ ਧਰਤੀ 'ਚ ਰਵਾਂਗੇ, ਬੇਸ਼ੱਕ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਇਹ ਸ਼ਹਿਰ ਵਸਿਆ ਹੈ ਨਾ, ਤੇ ਹੁਣ ਉਹਨਾਂ ਨੇ ਆਪਣੇ ਤੋਂ ਬਾਅਦ ਗੁਰਗੱਦੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦਿੱਤੀ ਤੇ ਫਿਰ ਉਹ ਸਾਰੀ ਜਿੰਨੀ ਪਾਵਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੀ, ਉਹ ਸਾਰੀ ਗੁਰੂ ਅਰਜਨ ਦੇਵ ਜੀ ਚਲੇ ਗਏ, ਉਹ ਜੋਤ ਚਲੇ ਗਈ ਉੱਥੇ। ਉਹੀ ਸਾਰੀ ਪਾਵਰ ਚੱਲਦੀ ਅੱਜ ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਇਹ ਅਸਲੀਅਤ ਤੋਂ ਕਿਤੇ ਨਾ ਕਿਤੇ ਦੂਰ ਨਹੀਂ ਹੈਗੇ ਵੀ ਅਸੀਂ ਫਿਰ ਉਹ ਸਰੀਰਾਂ ਤੇ ਗੁਰੂ ਸਾਹਿਬ ਨੇ ਆਪ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਤਾਂ ਆਪ ਉਹਨਾਂ ਨੇ ਕਿਹਾ ਸੀ ਭਾਈ ਹੁਣ ਖਡੂਰ ਸਾਹਿਬ ਜਾਓ। ਉਹ ਵੀ ਤਾਂ ਉੱਥੇ ਹੈਗੇ ਸੀ ਆਪਣੇ ਕੋਲ, ਉਹਨਾਂ ਨੇ ਸਰੀਰਾਂ 'ਚ ਸਾਨੂੰ ਕੱਢਿਆ ਸੀ ਕਿ ਕਿਤੇ ਨਾ ਕਿਤੇ ਸਰੀਰਾਂ ਤੱਕ ਨਹੀਂ ਜੁੜ ਕੇ ਰਹਿ ਜਾਂਦੇ। ਸਰੀਰਾਂ ਦੀ ਨਹੀਂ ਗੱਲ ਹੈਗੀ ਕਿ ਆਪਾਂ ਸਰੀਰਾਂ ਦੇ ਨਾਲ ਜੁੜ ਗਏ ਆ। ਗੁਰੂ ਨਾਨਕ ਦੇਵ ਮਹਾਰਾਜ ਗੁਰੂ 10ਵੇਂ ਪਾਤਸ਼ਾਹ ਤੱਕ ਆਏ ਆ ਜੀ ਹਨਾ, ਸਰਗੁਣ ਸਰੂਪ ਉਹਨਾਂ ਨੇ ਧਾਰਨ ਕੀਤਾ ਆ ਜੀ ਹਨਾ। ਬਾਕੀ
ਗੁਰੂ ਨਾਨਕ ਦੇਵ ਜੀ ਦਾ ਨਾਮ ਲੈਣਾ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣਾ ਕੋਈ ਮਾੜੀ ਗੱਲ ਨਹੀਂ ਗੀ। ਜੀ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵੀ ਰਸਨਾ ਤੇ ਚਾਹੀਦਾ, ਜੀ ਹਨਾ, ਚਾਹੀਦਾ ਰਸਨਾ ਤੇ ਹੈ ਨਹੀਂ, ਬਹੁਤ ਘੱਟ ਚਾਹੀਦਾ। ਤੇ ਬਾਕੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਸਤਿਕਾਰ ਮਾਣ ਘਟ ਰਿਹਾ ਆ, ਉਹ ਸਾਡੇ ਗੁਰਸਿੱਖਾਂ ਦੇ ਅੰਦਰ ਵੀ ਬੜੀ ਵੱਡੀ ਕਮੀ ਕਹਿ ਲਓ, ਹਨਾ, ਘਾਟ ਕਹਿ ਲਓ, ਜਾਂ ਕਿ ਨਿਸ਼ਰਦਕਪੁਣਾ ਕਹਿ ਲਓ ਜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਓਨਾ ਨਹੀਂ ਰਹਿ ਗਿਆ ਜਿੰਨਾ ਹੋਣਾ ਚਾਹੀਦਾ ਸੀ ਗੁਰੂ ਘਰਾਂ ਦੇ ਵਿੱਚ ਵੀ। ਮੈਂ ਆਪਣੀ ਮੇਰੀ ਨਿੱਜੀ ਇੱਕ ਜਿੱਦਾਂ ਮੈਨੂੰ ਲੱਗਦਾ ਵੀ ਅਸੀਂ ਨਾ ਜਦੋਂ ਇਹ ਗੱਲਾਂ ਸਾਡੇ ਦਿਮਾਗ 'ਚ ਘਰ ਕਰ ਗਈਆਂ, ਅਸੀਂ ਕਹਿੰਦੇ ਆ ਜਦੋਂ ਅਸੀਂ ਸਕੂਲ ਕਾਲਜ ਪੜ੍ਹਦੇ ਆ ਜੀ, ਸਕੂਲ ਕਾਲਜ ਦੇ ਵਿੱਚ ਪੜ੍ਹਦੇ ਆ, ਉੱਥੇ ਪਹਿਲਾਂ ਸਾਡੇ ਸਮੇਂ ਦੇ ਪ੍ਰਿੰਸੀਪਲ ਕੋਈ ਹੋਰ ਸੀ, ਹੁਣ ਇਸ ਵੇਲੇ ਕੋਈ ਹੋਰ ਹੈ। ਜੇ ਮੈਂ ਹੁਣ ਉੱਥੇ ਜਾ ਕੇ ਉਹਦੇ ਕਹਾਂ ਵੀ ਸਾਡਾ ਤਾਂ ਉਹ ਪ੍ਰਿੰਸੀਪਲ ਇਦਾਂ ਹੀ ਕਹਿੰਦਾ ਸੀ, ਮੈਂ ਤਾਂ ਇਦਾਂ ਹੀ ਕਰਾਂਗਾ, ਇਹੀ ਹੈ ਮੇਰੇ ਤਾਂ ਉਹੀ ਪ੍ਰਿੰਸੀਪਲ ਹੈ, ਉਹੀ ਪ੍ਰਿੰਸੀਪਲ ਹੈ, ਉਹ ਬੜੇ ਮਹਾਨ ਹੈ ਜਾਵੇ, ਹੈ ਨਾ, ਕਿਉਂਕਿ ਉਹ ਇੱਕ ਪ੍ਰਕਿਰਿਆ ਚੱਲਣਾ ਤਾਂ ਹੁਣ ਜਿਹੜਾ ਇਹ ਪ੍ਰਿੰਸੀਪਲ ਆ ਇਹਨੂੰ ਨਕਾਰ ਨਹੀਂ ਨਾ ਆਪਾਂ ਸਕਦੇ, ਹੈ ਨਾ। ਤੇ ਇਸ ਵੇਲੇ ਗੱਲ ਹੈਗੀ ਹੈ ਵੀ ਉਹ ਜਿਹੜੀ ਚੀਜ਼ ਹੈ ਉਸ ਅਦਾਰੇ ਦੀ, ਉਸ ਸਕੂਲ ਦੀ ਸਾਰੀ ਰਿਸਪੌਂਸਿਬਿਲਟੀ ਜਿਹੜਾ ਵਰਤਮਾਨ ਜਿਹੜਾ ਉੱਥੇ ਪ੍ਰਿੰਸੀਪਲ ਉਹਦੀ ਹੋਏਗੀ, ਹੈ ਨਾ। ਤੇ ਹੁਣ ਇਸ ਵੇਲੇ ਗੁਰੂ ਸਾਹਿਬ ਨੇ ਆਪ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ ਨਾ ਜੀ। ਤੇ ਹੁਣ ਸਾਰੀ ਕੌਮ ਨੂੰ ਜਿਹੜਾ ਹੈਗਾ ਸਾਡੇ, ਜਿੱਦਾਂ ਸਾਡੇ ਸਾਰੀ ਕੌਮ ਦੇ ਇੱਕ ਜਿਹੜਾ ਇੱਕ ਸਾਡੇ ਹੋਣਾ ਚਾਹੀਦਾ, ਜਾਂ ਇਹ ਕਹਿ ਰਹੇ ਨਾ ਵੀ ਇਹ ਜਿਹੜੇ ਸਾਡੇ ਤਿਉਹਾਰ ਹੈ, ਅਸੀਂ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਦੇ ਹਾਂ, ਹਾਂਜੀ, ਤੇ ਮੱਥਾ ਟੇਕਦੇ ਹਾਂ, ਪ੍ਰਸ਼ਾਦ ਲੈਂਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਚਲੇ ਜਾਂਦੇ ਹਾਂ। ਮੈਂ ਕਈ ਵਾਰ ਮੈਂ ਆਪਣੇ ਘਰ ਵੀ ਗੱਲ ਕੀਤੀ ਜਾਂ ਕਿਤੇ ਜਾ ਕੇ ਵੀ ਉਹ ਫਲਾਣੇ ਗੁਰਦੁਆਰੇ ਜਾ ਕੇ ਗਏ ਆ, ਤੁਸੀਂ ਜਾ ਕੇ ਆਏ ਹੋ, ਕੀ ਇਤਿਹਾਸ ਹੈਗਾ ਜੀ, ਮੈਨੂੰ ਨਹੀਂ ਸੀ ਪਤਾ, ਮੈਨੂੰ ਨਹੀਂ ਪਤਾ ਸੀ। ਅਤੇ ਅੰਮ੍ਰਿਤਸਰ ਦੀ ਉਹ ਗੱਲ ਹੈ, ਉਹ ਕਹਿੰਦੇ ਨਹੀਂ ਇਤਿਹਾਸ ਤਾਂ, ਬੜੇ ਹੱਸ ਕੇ ਉਹਨਾਂ ਨੇ ਕਿਹਾ ਵੀ ਨਹੀਂ ਇਤਿਹਾਸ ਤਾਂ ਅਸੀਂ ਪੜ੍ਹਿਆ ਹੀ ਨਹੀਂ ਹੈਗਾ, ਕਿੰਨੀ ਵਾਰ ਗਏ ਆ, ਉਹ ਬਸ ਇੱਦਾਂ ਕਹਿੰਦੇ ਆ, ਥੋੜ੍ਹਾ ਬਹੁਤਾ ਹੁੰਦਾ ਹੈ। ਮੈਂ ਕਿਹਾ ਉੱਥੇ ਬੋਰਡ ਲੱਗਿਆ ਹੁੰਦਾ ਹਰ ਗੁਰੂ ਘਰ ਦੇ ਅੱਗੇ, ਹੈ ਨਾ, ਆਪਾਂ ਕਦੀ ਪੜ੍ਹਿਆ, ਕਦੀ ਨਹੀਂ ਪੜ੍ਹਿਆ। ਜਿਹੜੇ ਹੁਣ ਮੈਂ ਜਿੱਦਾਂ ਉਹਨਾਂ ਨੂੰ ਸਵਾਲ ਕੀਤਾ, ਤੇ ਨੈਕਸਟ ਟਾਈਮ ਜਦੋਂ ਉਹ ਜਾਣਗੇ ਗੁਰਦੁਆਰੇ ਤਾਂ ਪੜ੍ਹਨਗੇ, ਹਾਂਜੀ, ਉਹ ਬੋਰਡ ਪੜ੍ਹਨਗੇ, ਇਤਿਹਾਸ ਜਾਣਨਗੇ, ਵੀ ਸਾਨੂੰ ਕੋਈ ਨਾ ਕੋਈ ਪੁੱਛ ਲੈਂਦਾ। ਪਰ ਉਹੀ ਗੱਲ ਜਿਹੜੀ ਹੈਗੀ ਹੈ ਵੀ ਸਾਡੇ ਜਿਹੜੇ ਬਹੁਤ ਸਾਰੀ ਸੰਗਤ ਆਉਂਦੀ ਹੈ ਗੁਰੂ ਘਰ, ਬੜੇ ਪਿਆਰ ਨਾਲ ਆਉਂਦੀ ਹੈ, ਪਰ ਉਹਨਾਂ ਨੂੰ ਸੰਭਾਲਿਆ ਜਿਹੜਾ ਨਹੀਂ ਜਾ ਰਿਹਾ, ਉਹਨਾਂ ਤੱਕ ਗੱਲ ਨਹੀਂ ਪਹੁੰਚਾਈ ਜਾ ਰਹੀ। ਗੁਰੂ ਦੀ ਜਿਹੜੀ ਗੱਲ ਹੈ ਉਹ ਕਿਵੇਂ ਪਹੁੰਚਾਈ ਜਾਵੇ, ਇੱਕ ਉਸ ਚੀਜ਼ ਨੂੰ ਜਿਵੇਂ ਆਪਾਂ ਕਿਵੇਂ ਇੱਕ ਨਵਾਂ ਰੂਪ ਦਿੱਤਾ ਜਾ ਸਕਦਾ ਹੈ, ਕਿਵੇਂ ਕੀਤਾ ਜਾਵੇ। ਤੇ ਇਹ ਜਿਹੜੀ ਅਸੀਂ ਵਿਪਰਨ ਕੀ ਰੀਤ ਵੱਲ ਨੂੰ ਤੁਰੇ ਜਾ ਰਹੇ ਹਾਂ, ਉਹੀ ਸਾਡੀ ਗੱਲਾਂ, ਇੱਕ ਸਾਡਾ ਇੱਕ ਕਰਮ ਬਣਦਾ ਜਾ ਰਿਹਾ ਹੈ, ਕਰਮ ਕਾਂਡ ਜੀ ਨਾ ਜਿਵੇਂ ਉਹ ਬਣਦਾ ਜਾ ਰਿਹਾ ਵੀ ਉੱਥੋਂ ਅਸੀਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, 4 ਉਦਾਸੀਆਂ ਗੁਰੂ ਸਾਹਿਬ ਨੇ ਕਿੰਨੇ ਮੀਲਾਂ ਦੀਆਂ ਕੀਤੀਆਂ, ਹਾਂਜੀ, ਤੇ ਅਸੀਂ ਉੱਧਰ ਨੂੰ ਜਾ ਰਹੇ ਵੀ ਉੱਧਰੋਂ ਵਾਪਸ ਕਿੱਦਾਂ ਸਿੱਖਾਂ ਨੂੰ ਲਿਆਇਆ ਜਾਵੇ, ਇਹ ਮੇਰਾ ਸਵਾਲ ਸੀ ਤੁਹਾਨੂੰ। ਹਾਂਜੀ, ਬਿਲਕੁਲ ਜੀ, ਬਹੁਤ ਵਧੀਆ ਸਵਾਲ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਇਹ ਬੂਟਾ ਲਾਇਆ ਹੈ ਨਾ ਸਿੱਖੀ ਦਾ ਜੀ, ਇਹ ਉੱਥੇ ਜਾ ਕੇ ਲਾਇਆ ਕਿ ਜਿੱਥੇ ਕੋਈ ਆਸ ਹੀ ਨਹੀਂ ਸੀ ਵੀ ਇੱਥੇ ਵੀ ਕੋਈ ਇਹ ਬੂਟਾ ਲੱਗ ਸਕਦਾ। ਬਿਲਕੁਲ ਐਸੇ ਥਾਵਾਂ ਤੇ ਜਾ ਕੇ ਜਿੱਥੇ ਭਾਵੇਂ ਇਹ ਵੱਟੇ ਵੀ ਪਏ ਨੇ ਗੁਰੂ ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ, ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ, ਜਾ ਕੇ ਤੇ ਕਿੱਥੇ ਜਾ ਕੇ ਵੇਖੋ ਸਿੱਖੀ ਦਾ ਬੂਟਾ ਲਾਇਆ ਹੈ। ਤੇ ਅੱਜ ਸਾਡੇ ਮੁਹਤਬਰ ਜਿਹੜੇ ਸਿੱਖ ਨੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਉਹਨਾਂ ਦਾ ਫਰਜ਼ ਬਣਦਾ ਕਿ ਕਿਵੇਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਨੂੰ ਘਰ ਪਹੁੰਚਾਉਣਾ ਹੈ, ਕਿਵੇਂ ਉਪਰਾਲਾ ਕਰਨਾ ਹੈ। ਸਾਡੀਆਂ ਸੰਸਥਾਵਾਂ ਨੇ ਉਹ ਵੀ ਵਰਕ ਕਰ ਰਹੀਆਂ ਨੇ, ਜਿੰਨਾ ਵੀ ਕਰ ਰਹੀਆਂ ਨੇ। ਸਾਡੇ ਪਿੰਡਾਂ ਦੇ ਵਿੱਚ ਜਿਹੜੇ ਆਗੂ ਹੈ ਨਾ, ਉਹ ਸਾਰੇ ਜ਼ਿਆਦਾਤਰ ਸੁੱਟਦੇ ਆ ਕਿ ਸ਼੍ਰੋਮਣੀ ਕਮੇਟੀ ਨਹੀਂ ਕੁਝ ਕਰਦੀ ਜਾਂ ਫਲਾਣੀ ਸੰਸਥਾ ਨਹੀਂ ਕੁਝ ਕਰਦੀ। ਉਹਨਾਂ ਨੂੰ ਛੱਡੋ, ਉਹ ਜਿੰਨਾ ਵੀ ਕਰ ਰਹੇ ਆ। ਅਸੀਂ ਆਪਣੇ ਪਿੰਡਾਂ ਵੱਲ ਧਿਆਨ ਦਈਏ, ਜਿੱਥੇ ਅਸੀਂ ਲੱਖਾਂ ਰੁਪਈਏ ਬਹੁਤ ਕਬੱਡੀ ਕੱਪਾਂ 'ਤੇ, ਮੇਲਿਆਂ 'ਤੇ, ਸਮਾਗਮਾਂ 'ਤੇ ਲਾ ਦਿੰਦੇ ਹਾਂ, ਖਰਚ ਕਰ ਲੈਂਦੇ ਹਾਂ। ਤੇ ਕੀ ਗੱਲ ਅਸੀਂ 1.5 ਲੱਖ ਰੁਪਈਆ ਵੱਖਰਾ ਬਾਈਟ ਕਰਕੇ ਅਸੀਂ ਕੀ ਗੱਲ ਪ੍ਰਚਾਰ ਨਹੀਂ ਕਰਵਾ ਸਕਦੇ? ਨਹੀਂ, ਬਿਲਕੁਲ ਪਿੰਡਾਂ ਵਾਲਿਆਂ ਨੂੰ ਕਰਵਾਉਣਾ ਚਾਹੀਦਾ, ਜ਼ਰੂਰੀ ਹੈ। ਪਰ ਜਿਹੜੀਆਂ ਸ਼੍ਰੋਮਣੀ ਕਮੇਟੀ ਆਪਾਂ ਗੱਲ ਕਰਦੇ ਨਾ, ਪੰਥ ਦੀ ਨੁਮਾਇੰਦਾ ਕਮੇਟੀ ਹੈ, ਕੋਈ ਇੱਕ ਬੰਦਾ ਨਹੀਂ ਹੈਗਾ। ਹਰ ਸਿੱਖ ਦਾ ਸਵਾਲ ਕਰਨਾ ਕਮੇਟੀ ਨੂੰ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਘਾਟ ਮਹਿਸੂਸ ਹੁੰਦੀ ਹੈ ਤਾਂ ਉਦੋਂ ਹੀ ਸਿੱਖ ਪੰਥ ਜਿਹੜੇ ਸਾਡੇ ਬੜੇ ਮਸਲੇ ਐਸੇ ਖੜੇ ਹੋਏ ਨੇ, ਜਿਹੜੇ ਉਹਨਾਂ ਨੂੰ ਇਹ ਸੰਸਥਾਵਾਂ ਜਿਨ੍ਹਾਂ ਨੇ ਜ਼ਿੰਮੇਵਾਰੀ ਧਰਮ ਪ੍ਰਚਾਰ ਦੀ ਲਈ ਹੋਈ ਹੈ, ਫਿਰ ਜੇ ਜ਼ਿੰਮੇਵਾਰੀ ਨਾ ਲੈਣ ਫਿਰ ਤਾਂ ਸਿੱਖ ਆਪਣੇ ਆਪੋ ਆਪ ਕਰਨ। ਜਦੋਂ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਤਾਂ ਇਹਨਾਂ ਨੂੰ ਜ਼ਿੰਮੇਵਾਰੀ ਨਿਭਾਉਣੀ ਵੀ ਚਾਹੀਦੀ। ਦੂਜੀ ਗੱਲ, ਗੁਰੂ ਨਾਨਕ ਪਾਤਸ਼ਾਹ ਦੀ ਲੋ ਜੀ, ਉਹਨਾਂ ਨੇ 4 ਉਦਾਸੀਆਂ ਜਿਹੜੀਆਂ ਕੀਤੀਆਂ, ਉਹਦੇ ਵਿੱਚ ਦੇਖੋ ਆਮ ਬੰਦਿਆਂ ਨੂੰ ਨਹੀਂ ਮਿਲ ਰਹੇ, ਉਹ ਸਿੱਧ ਜੋਗੀਆਂ ਨੂੰ ਮਿਲ ਰਹੀ ਹੈ। ਸਿੱਧ ਜੋਗੀ
ਉਹ ਜਿਹੜੇ ਜਿਨ੍ਹਾਂ ਨੇ ਬੜੀ ਤਪੱਸਿਆ ਕੀਤੀ ਔਰ ਗਿਆਨ ਜਿਨ੍ਹਾਂ ਕੋ ਵੱਡਾ, ਜਿਨ੍ਹਾਂ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ, ਉਹ ਜਾਂਦੇ ਨੇ ਮੱਕੇ, ਉੱਥੇ ਉਹ ਸੰਵਾਦ ਕਰਦੇ ਨੇ। ਉਹ ਜਾਂਦੇ ਨੇ ਕਾਸ਼ੀ, ਉਹ ਜਾਂਦੇ ਨੇ ਜਗਨਨਾਥ। ਐਸੇ ਪੰਡਤ ਜਿਹੜੇ ਜਿਨ੍ਹਾਂ ਕੋਲ ਖਾਨਦਾਨੀ ਜਿਹੜਾ ਗਿਆਨ ਜਿਹੜਾ ਆ ਰਿਹਾ, ਘਰਾਣੇਦਾਰ ਘਰਾਣੇ ਜਿਹੜੇ ਪੰਡਤਾਈ ਕਰਦੇ ਆ ਰਿਹਾ ਹੈ ਨਾ, ਗਿਆਨੀ ਹੈ, ਉਹਨਾਂ ਨੂੰ ਸੰਵਾਦ ਰਚਾ ਰਹੇ ਨੇ ਜਾ ਕੇ। ਉਹ ਸਾਡਾ ਸੰਵਾਦ ਕਿੱਥੇ ਗਿਆ? ਉਸ ਗੁਰੂ ਦਾ ਜਦੋਂ ਅਸੀਂ ਦਿਹਾੜੇ ਮਨਾਉਂਦੇ ਨੇ ਜਾਂ ਹੋਰ ਪ੍ਰਕਾਸ਼ ਦਿਹਾੜੇ ਮਨਾਉਂਦੇ ਨੇ, ਤਾਂ ਉਹ ਜਿਹੜਾ ਸੰਵਾਦ ਆ ਸਾਨੂੰ ਕਿਉਂ ਨਹੀਂ ਸਿਖਾਇਆ ਜਾਂਦਾ ਉੱਥੇ? ਬਿਲਕੁਲ ਜੀ, ਗੁਰੂ ਨਾਨਕ ਦੇਵ ਮਹਾਰਾਜ ਵੇਖੋ ਸਿੱਧਾਂ ਦੇ ਕੋਲ ਗਏ ਆ, ਸਮੇਰ ਪਰਬਤ ਤੇ ਚੜ੍ਹ ਗਏ ਆ। ਹਾਂਜੀ, ਉੱਥੇ ਉਹਨਾਂ ਨੇ ਕਰਾਮਾਤਾਂ ਵੀ ਵਿਖਾਈਆਂ ਨੇ ਸਿੱਧਾਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਮੱਤ ਵਿੱਚ ਲੈ ਆਈਏ ਤੇ ਸਾਡਾ ਮੱਤ ਅੱਗੇ ਹੋਰ ਵਧੇਗਾ। ਜੇ ਚਲ ਵਟਾਲੇ ਆਏ ਆ ਤੇ ਇੱਥੇ ਵੀ ਸਾਰੇ ਸਿੱਧ ਜੋਗੀ ਜਿਹੜੇ ਨੇ ਦੁਨੀਆ ਨੂੰ ਮਗਰ ਲਾਇਆ ਹੈ। ਤੇ ਗੁਰੂ ਨਾਨਕ ਦੇਵ ਜੀ ਉੱਥੇ ਹੀ ਗਏ ਨੇ ਜਿੱਥੇ ਲੋਕ ਦੁਨੀਆ ਨੂੰ ਮਗਰ ਲਾ ਰਹੇ ਆ, ਹਨਾ। ਇਹ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ, ਗਿਆਨ ਵੰਡਿਆ ਹੈ ਤੇ ਸਭ ਨੇ ਅੱਗੇ ਹੱਥ ਹੀ ਜੋੜੇ ਆ, ਅੱਗੇ ਨਿਵੇ ਆ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਕੋਈ ਟਿਕ ਨਹੀਂ ਸਕਿਆ। ਤੇ ਜੋ ਗੁਰੂ ਪਾਤਸ਼ਾਹ ਨੇ ਸਾਡੇ ਲਈ ਕੀਤਾ ਆ, ਕੌਮ ਲਈ ਕੀਤਾ ਆ, ਪੰਥ ਲਈ ਕੀਤਾ ਆ, ਉਹਦਾ ਅਸੀਂ ਦੇਣਾ ਨਹੀਂ ਦੇ ਸਕਦੇ। ਚਾਹੇ ਦੋਹਰੇ ਜਨਮ ਲੈ ਕੇ ਵੀ ਆ ਜਾਈਏ, ਅਸੀਂ ਦੇਣਾ ਨਹੀਂ ਦੇ ਸਕਦੇ। ਬਾਕੀ ਸਾਡਾ ਫਰਜ਼ ਅੱਜ ਇਹੀ ਬਣਦਾ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਨੂੰ, ਬਾਣੀ ਨੂੰ ਘਰ ਘਰ ਪਹੁੰਚਾਈਏ। ਉਹਦੇ ਲਈ ਜੇ ਸਾਡੇ ਲੱਖਾਂ ਰੁਪਏ ਵੀ ਖਰਚ ਹੁੰਦੇ ਆ ਨਾ, ਤੇ ਸਾਡੇ ਲਈ ਫਿਰ ਵੀ ਉਹ ਕੰਮ ਸਸਤਾ ਹੈ। ਜੇ ਮਾਇਆ ਲੱਗ ਕੇ ਵੀ ਜਿਹੜੀ ਸਿੱਖੀ ਘਰ ਘਰ ਵਿੱਚ ਚਲੀ ਜਾਵੇ, ਉਪਦੇਸ਼ ਗੁਰੂ ਸਾਹਿਬ ਦਾ ਘਰ ਘਰ ਵਿੱਚ ਲੈ ਜਾਵੇ ਨਾ, ਲੱਖਾਂ ਰੁਪਏ ਲੱਗ ਕੇ ਵੀ, ਤੇ ਮੇਰੀ ਸੋਚ ਦੇ ਮੁਤਾਬਿਕ ਇਹ ਕੰਮ ਕੋਈ ਇਹ ਪੈਸਾ ਜਿਹੜਾ ਹੈ ਨਾ, ਕੋਈ ਸਾਨੂੰ ਸਸਤਾ ਹੀ ਆ ਕੰਮ, ਮਹਿੰਗਾ ਨਹੀਂ ਹੈਗਾ। ਮਹਿੰਗਾ ਨਹੀਂ ਹੈਗਾ। ਤੇ ਗੱਲ ਉਹੀ ਹੈ ਵੀ ਤੁਸੀਂ ਹੁਣ ਆਪਣੇ ਪੱਧਰ ਦੇ ਕਈ ਪਿਛਲੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਪੱਧਰ ਦੇ ਵਿਚਰ ਰਹੇ ਹੋ, ਜਿੰਨਾ ਤੁਸੀਂ ਤੁਹਾਡੀ ਵਾਹ ਲੱਗਦੀ ਹੈ, ਤੁਸੀਂ ਹਰ ਜਗ੍ਹਾ ਜਾ ਰਹੇ ਹੋ। ਇੱਕ ਉਹ ਫਲਸਫਾ ਗੁਰੂ ਨਾਨਕ ਪਾਤਸ਼ਾਹ ਦਾ ਇਹ ਵੀ ਜਗ੍ਹਾ ਜਗ੍ਹਾ ਤੇ ਜਾ ਕੇ ਗਿਆਨ ਵੰਡਣਾ ਹੈ ਨਾ, ਤੁਸੀਂ ਉਹ ਚੱਲ ਰਹੇ ਹੋ। ਤੇ ਸੰਸਥਾਵਾਂ ਨੇ ਵੀ ਆਪਣੇ ਪ੍ਰਚਾਰਕ ਛੱਡੇ ਹੋਏ ਨੇ, ਹੈ ਨਾ, ਉਹ ਵੀ ਕਰ ਰਹੇ ਨੇ। ਪਰ ਉਹ ਹੁਣ ਵੱਡਾ ਉਹਨਾਂ ਦਾ ਬਜਟ ਬਹੁਤ ਵੱਡਾ ਹੁੰਦਾ, ਪੈਸਾ ਉਹਨਾਂ ਕੋਲ, ਕਿਉਂਕਿ ਇਕੱਲੇ ਬੰਦੇ ਨਾਲ ਜਿਹੜਾ ਕੰਮ ਤੁਸੀਂ ਕਰਦੇ ਹੋ, ਤੁਹਾਡੀਆਂ ਅਸੀਂ ਬੜੀਆਂ ਉਹ ਦੇਖਦੇ ਆ, ਵੀਡੀਓ ਦੇਖਦੇ ਆ, ਤੁਸੀਂ ਕਰ ਰਹੇ ਹੋ ਆਪਣੇ ਪੱਧਰ ਤੇ। ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਜਾਂ ਲੋਕਲ ਕਮੇਟੀਆਂ ਬਣੀਆਂ, ਪ੍ਰਧਾਨ ਬਣਦੇ ਆ, ਉਹਨਾਂ ਨੂੰ ਚਾਹੀਦਾ, ਉਹਨਾਂ ਨੂੰ ਵੀ ਤਾਂ ਕਿਉਂ ਨਹੀਂ ਚਾਹੀਦਾ ਵੀ ਅਸੀਂ ਇਹ ਸਾਲ ਵਾਰ ਦੇ ਵਿੱਚ ਆਹ ਪ੍ਰਚਾਰ ਕੀਤਾ, ਇਸ ਪ੍ਰਚਾਰ ਦੇ ਨਾਲ ਸਾਡਾ ਰਿਜ਼ਲਟ ਕੀ ਨਿਕਲਿਆ, ਵੀ ਇਹ ਪ੍ਰਚਾਰ ਸਾਡਾ ਸਹੀ ਵੀ ਜਾ ਰਿਹਾ ਕਿ ਨਹੀਂ, ਇਹਦੇ ਨਾਲ ਸਾਡੇ ਪਿੰਡ ਦੇ ਵਿੱਚ ਸਿੱਖੀ ਵਧੀ ਹੈ ਜਾਂ ਘਟੀ, ਇਦਾਂ ਕੋਈ ਸੋਚਦਾ ਹੋਏਗਾ? ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੰਦਾ ਜੀ। ਜਿੰਨੀਆਂ ਸੰਸਥਾਵਾਂ, ਪ੍ਰਬੰਧਕ ਕਮੇਟੀਆਂ, ਸਾਰੀਆਂ ਇਹ ਧਨਾੜ ਨੇ, ਇਹਨਾਂ ਕੋਲ ਪੈਸਾ ਹੈ। ਬਿਲਕੁਲ। ਤੇ ਜਿਹੜਾ ਪ੍ਰਚਾਰ ਉਹ ਪੈਸੇ ਨਾਲ ਹੋਣਾ ਹੈ। ਅਸੀਂ ਪ੍ਰਚਾਰਕ ਤੋਰਾਂਗੇ, ਗੱਡੀਆਂ ਦੇ ਕੇ ਤੋਰਾਂਗੇ, ਤੇਲ ਪਾ ਕੇ ਤੋਰਾਂਗੇ, ਤਨਖਾਹਾਂ ਦੇ ਕੇ ਤੋਰਾਂਗੇ, ਪੈਸਾ ਲੱਗਣਾ। ਤੇ ਉਹ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਜਾਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਉਹ ਨਹੀਂ ਕਰ ਰਹੀਆਂ। ਹੁਣ ਅਸੀਂ ਵਿਚਰ ਰਹੇ ਹਾਂ ਕਾਫੀ ਬਹੁਤ ਲੰਬੇ ਟਾਈਮ ਤੋਂ। ਦਾਸ ਮੋਟਰਸਾਈਕਲ ਤੇ ਜਾ ਕੇ ਪਿੰਡਾਂ 'ਚ ਕੈਂਪ ਲਾਉਂਦਾ ਰਿਹਾ ਹੈ। ਹੁਣ ਗੁਰੂ ਸਾਹਿਬ ਨੇ ਗੱਡੀ ਬਖਸ਼ੀ ਹੈ, ਗੱਡੀ ਤੇ ਜਾਂਦੇ ਆ। ਇਸ ਕਰਕੇ ਇਹ ਬੜਾ ਜਿਹੜਾ ਪ੍ਰਬੰਧ ਆ, ਸਾਰਾ ਹੀ ਪੈਸੇ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ, ਪੈਸੇ ਤੋਂ ਬਿਨਾਂ ਨਹੀਂ ਹੋਣਾ। ਤੇ ਜਿਨ੍ਹਾਂ ਦੇ ਕੋਲ ਪੈਸਾ ਵਾ, ਗੱਡੀਆਂ ਨੇ, ਪ੍ਰਬੰਧਕ ਨੇ, ਸਾਰਾ ਪ੍ਰਬੰਧ ਹੈ, ਉਹਨਾਂ ਕੋਲ ਨਹੀਂ ਪ੍ਰਚਾਰ ਹੋ ਰਿਹਾ। ਉਹਨਾਂ ਨੂੰ ਬਣਦਾ ਆ ਕਿ ਉਹ ਸਾਰਾ ਹੀ ਪ੍ਰਬੰਧ ਜਿਹੜਾ ਕਰਨ, ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ, ਮਹੀਨਾ 2 ਮਹੀਨੇ ਜਾ ਕੇ ਪ੍ਰਚਾਰਕ ਕੇ 2 ਛੱਡਣ। ਤੇ ਪ੍ਰਚਾਰਕ ਕਿਵੇਂ ਆਉਂਦੇ ਅਸੀਂ ਦੇਖਦੇ ਹਾਂ, 1 ਜਾਂ 2 ਦਿਨ, ਇਹਦੇ ਨਾਲ ਗੱਲ ਨਹੀਂ ਬਣਨੀ। ਮੈਨੂੰ ਲੱਗਦਾ ਭਾਈ ਸਾਹਿਬ ਇੱਕ ਗੱਲ ਇਹ ਹੈ ਜਿਹੜੀ ਮੈਂ ਐਡ ਕਰਾਂ ਵਿੱਚ, ਵੀ ਪ੍ਰਚਾਰਕ ਛੱਡ ਵੀ ਰਹੇ ਨੇ, ਪੈਸਾ ਵਾਵਾ ਲਾ ਰਹੇ ਨੇ। ਹਾਂਜੀ, ਉਹਦੇ ਪਿੱਛੇ ਨਾ ਚੈੱਕ ਇਨ ਨਹੀਂ ਹੈਗਾ, ਚੈੱਕ ਨਹੀਂ ਕਰਦੇ ਉਹਨਾਂ ਨੂੰ ਵੀ ਹਾਂ ਉਹਦਾ ਰਿਜ਼ਲਟ ਕੀ ਨਿਕਲ ਰਿਹਾ ਹੈ। ਇੱਥੇ ਪ੍ਰਚਾਰ ਤੁਸੀਂ ਸਾਲ ਭਰ ਕੀਤਾ ਹੈ, ਸ਼੍ਰੋਮਣੀ ਕਮੇਟੀ ਨੇ ਕੀਤਾ ਜੀ, ਉਹਨਾਂ ਨੂੰ ਇੱਕ ਕਮੇਟੀ ਐਸੀ ਵੀ ਬਣਾ ਦੇਣੀ ਚਾਹੀਦੀ ਹੈ ਵੀ ਇਹ ਸਾਡਾ ਅਸੀਂ ਇਸ ਏਰੀਏ 'ਚ ਪ੍ਰਚਾਰ ਕੀਤਾ, ਉਸ ਪ੍ਰਚਾਰ ਦਾ ਕੋਈ ਰਿਜ਼ਲਟ ਵੀ ਨਿਕਲਿਆ। ਜੇ ਨਹੀਂ ਨਿਕਲਿਆ ਤਾਂ ਉਹ ਅਸੀਂ ਦੇਖਦੇ ਨਾ, ਬੱਚਿਆਂ ਨੂੰ ਕਦੇ ਸਿਖਾਉਣਾ ਹੁੰਦਾ ਵੀ ਆਹ ਸਾਡਾ ਕੰਮ ਠੀਕ ਨਹੀਂ ਹੋਇਆ, ਤਾਂ ਅਸੀਂ 2 ਬੰਦੇ ਹੋਰ ਵਧਾਈਏ ਜਾਂ ਘਟਾਈਏ, ਜਾਂ ਇੱਥੇ ਉੱਥੇ ਪੈਦਾ ਕੋਈ ਪ੍ਰਚਾਰਕ ਹੋ ਗਿਆ, ਉਹਨੂੰ ਅਸੀਂ ਉਸ ਪਾਸੇ ਜੋੜੀਏ। ਫਿਰ ਇੱਦਾਂ ਦਾ ਸਾਡਾ ਕੋਈ ਇਹੋ ਜਿਹੀ ਕੋਈ ਹੋਣੀ ਚਾਹੀਦੀ ਹੈ ਇਹ ਵੀ ਨਾ। ਵੇਖੋ ਜੀ, ਸੰਸਥਾਵਾਂ, ਸ਼੍ਰੋਮਣੀ ਕਮੇਟੀ ਵੀ ਸਾਥ ਦੇਵੇ, ਹੈ ਨਾ, ਜਿਹੜੀਆਂ ਪ੍ਰਬੰਧਕ ਕਮੇਟੀਆਂ ਉਹ ਵੀ ਸਾਥ ਦੇਣ। ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਚਾਹੇ ਬਜਟ ਹੈ ਉਹਨਾਂ ਦੇ ਕੋਲ, ਚਾਹੇ ਕੁਛ ਵੀ ਹੈ, ਸਾਥ ਸਾਰਿਆਂ ਨੂੰ ਦੇਣਾ ਪੈਣਾ। ਤੁਸੀਂ ਕਦੀ ਆਪਣਾ ਜਦੋਂ ਪ੍ਰਚਾਰ ਕਰ ਰਹੇ ਹੋ, ਤੁਸੀਂ ਪਹੁੰਚ ਕੀਤੀ ਕਿ ਸ਼੍ਰੋਮਣੀ ਕਮੇਟੀ ਤੱਕ? ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਦੇ ਕੋਲ ਅਸੀਂ ਆਪਣੇ ਮਿਲਦੇ ਰਹੇ ਹਾਂ, ਮੈਂਬਰ ਸਾਹਿਬਾਂ ਨੂੰ ਮਿਲਦੇ ਰਹੇ, ਬੀਬੀ ਜਗੀਰ ਕੌਰ ਜੀ ਉਹਨਾਂ ਨੂੰ ਮਿਲੇ ਹਾਂ ਜਦੋਂ ਪ੍ਰਧਾਨ ਸੀਗੇ। ਉਹਨਾਂ ਨਾਲ ਵੀ ਸਾਡੀ ਡਿਸਕਸ ਹੋਈ ਹੈ ਕਿ ਆਪਾਂ ਪ੍ਰਚਾਰ ਨੂੰ ਅੱਗੇ ਤੋਰੀਏ, ਵਧਾਈਏ। ਉਹਨਾਂ ਨੇ ਤੁਹਾਨੂੰ ਕੋਈ ਸਹਾਇਤਾ ਦਿੱਤੀ? ਉਹਨਾਂ ਨੇ ਅੱਗੋਂ ਦੱਸਿਆ ਕਿ ਹਾਂ ਕਰਾਂਗੇ, ਜ਼ਰੂਰ ਕਰਾਂਗੇ। ਤੇ ਉਸ ਤੋਂ ਅੱਗੇ ਫਿਰ ਉਹਨਾਂ ਨੇ ਕੁਝ ਨਹੀਂ ਕੀਤਾ। ਹਾਂਜੀ, ਹੁਣ ਅੱਗੇ ਆਪਣੇ
ਧਾਮੀ ਸਾਹਿਬ ਨੇ, ਪ੍ਰਧਾਨ ਸਾਹਿਬ, ਉਹਨਾਂ ਨੂੰ ਵੀ ਅਸੀਂ ਮਿਲਾਂਗੇ ਜੀ। ਤੇ ਅੱਗੇ ਅਸੀਂ ਇਸ ਉਪਰਾਲੇ ਨੂੰ, ਪ੍ਰਚਾਰ ਨੂੰ ਅੱਗੇ ਵਧਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਤਾਂ ਵਧਾਈ ਰਹੇ ਹੋ, ਹਾਂਜੀ, ਮਤਲਬ ਹਾਂਜੀ, ਕੋਸ਼ਿਸ਼। ਬਿਲਕੁਲ ਜੀ। ਤੇ ਉਹੀ ਮੇਨ ਗੱਲ ਤਾਂ ਉਹੀ ਹੈ ਵੀ ਜਿਹੜੇ ਸਾਡੇ ਜਿਹੜੇ ਤਿਉਹਾਰ ਹੈ ਜਾਂ ਜਿਹੜੇ ਸਾਡੇ ਦਿਹਾੜੇ ਨੇ, ਪਾਵਨ ਦਿਹਾੜੇ ਹੈ, ਹਾਂਜੀ, ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜਿਹੜੇ ਇਤਿਹਾਸ ਨੂੰ ਹਾਂਜੀ, ਉਹਨਾਂ ਨੂੰ ਹਰ ਬੱਚੇ ਤੱਕ ਜਿਹੜਾ ਉੱਥੇ ਆਂਦਾ ਹੈ ਘੱਟੋ ਘੱਟ ਉਹਦੇ ਖਾਣੇ 'ਚ ਜ਼ਰੂਰ ਪਾਈਏ। ਕੇਵਲ ਤੇ ਕੇਵਲ ਲੰਗਰ ਛਕਾ ਕੇ ਹੀ ਨਾ ਉੱਥੇ ਉਹਨਾਂ ਨੂੰ ਭੇਜ ਦਈਏ। ਬਿਲਕੁਲ। ਜੇ ਲੰਗਰ ਛਕ ਕੇ ਚਲੇ ਜਾਣ ਜਾਂ ਆ ਕੇ ਵੀ ਅੱਜ ਗੁਰੂ ਸਾਹਿਬ ਦਾ ਦਿਹਾੜਾ ਜੀ, ਬਸ ਇੰਨਾ ਕੀ ਪਤਾ ਸਾਨੂੰ। ਇਹ ਤਾਂ ਹੁਣ ਪ੍ਰਬੰਧਕ ਕਮੇਟੀ ਦੀ ਸੋਚ ਚਾਹੀਦੀ ਹੈ ਨਾ, ਕਿ ਪ੍ਰਬੰਧਕ ਕਮੇਟੀ ਨੇ ਕੀ ਉਪਰਾਲਾ ਕਰਨਾ ਹੈ। ਜੀ। ਜਿਸ ਤਰ੍ਹਾਂ ਪ੍ਰਬੰਧਕ ਕਮੇਟੀ ਉਪਰਾਲਾ ਕਰੇਗੀ ਪਿੰਡਾਂ ਦੇ ਵਿੱਚ, ਤੇ ਪਿੰਡ ਦੀ ਸੰਗਤ ਨੇ ਆਣ ਕੇ ਉਸੇ ਤਰ੍ਹਾਂ ਹੀ ਆਣ ਕੇ ਚਲੇ ਜਾਣਾ। ਸੋ ਜ਼ਰੂਰੀ ਹੈ ਵੀ ਲੋੜ ਹੈ ਵੀ ਉਹ ਸਾਰੇ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਸੂਝਵਾਨ ਹੋਣ, ਇਸ ਪਾਸੇ ਦਿਸ਼ਾ ਵੱਲ ਦੇਖਣ ਤੇ ਪੰਥਦਰਦੀ ਬਣਨ, ਨਾ ਕਿ ਉਹ ਜਿਹੜਾ ਕਿ ਆਮ ਹੀ ਜਿਹੜੀ ਗੱਲਾਂ ਸੁਣਨੀਆਂ ਵੀ ਗੋਲਕਾਂ ਵਾਲੀ ਧਿਆਨ ਰਹਿੰਦਾ ਸਾਡਾ, ਵੀ ਜਿੰਨੀ ਸੰਗਤ ਜੁੜ ਜੇ। ਵੀ ਜੇ ਅਸੀਂ ਸੱਚ ਦੀ ਗੱਲ ਜਾਂ ਗੁਰਮਤਿ ਦੀ ਗੱਲ ਕਰ ਦਾਂਗੇ, ਆਮ ਵੀ ਬੜੀਆਂ ਗੱਲਾਂ ਹੁੰਦੀਆਂ ਵੀ ਸੰਗਤ ਬੜੀ ਟੁੱਟ ਜਾਏਗੀ। ਹੁਣ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਨਾ, ਤੁਸੀਂ ਇਹ ਦੇਖਣ ਵਾਲੇ ਦੇ ਮਨ 'ਚ ਹੋਣਾ ਕਿ ਬੜਾ ਸੌਖਾ ਕੰਮ ਕਰ ਰਹੇ ਆ ਜੀ, ਪਤਾ ਨਹੀਂ ਇਹਨਾਂ ਕੋਲ ਪੈਸਾ ਵੀ ਆ ਰਿਹਾ ਜਾਂ ਕਿਸ ਤਰ੍ਹਾਂ ਕੀ ਹੈਗਾ, ਬੜਾ ਸੌਖਾ ਕੰਮ ਆ। ਇਹ ਡਾਕਟਰ ਸਾਹਿਬ ਜੀ ਕੰਮ ਸੌਖਾ ਨਹੀਂ ਹੈਗਾ। ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਨਾ, ਕੋਈ ਵੀ ਪ੍ਰਬੰਧਕ ਕਮੇਟੀ, ਕੋਈ ਵਿਰਲੀ ਪ੍ਰਬੰਧਕ ਕਮੇਟੀ ਹੋਵੇਗੀ ਜਿਹੜੀ ਸਾਨੂੰ ਖੁਸ਼ੀ ਟਾਈਮ ਦੇਵੇਗੀ। ਨਹੀਂ ਤੇ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਬਹਾਨਾ ਲਾਇਆ ਜਾਂਦਾ ਕਿ ਸੰਗਤ ਨਹੀਂ ਆਉਂਦੀ, ਇੱਥੇ ਕਿਸੇ ਨੇ ਆਉਣਾ ਨਹੀਂ, ਅਸੀਂ ਸਲਾਹ ਕਰਕੇ ਦੱਸਾਂਗੇ, ਇਸ ਤਰ੍ਹਾਂ ਕਰਾਂਗੇ, ਉਸ ਤਰ੍ਹਾਂ ਕਰਾਂਗੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਆ, ਤੇ ਜਿਹੜਾ ਪ੍ਰਚਾਰ ਕਰਨਾ ਗਰਾਊਂਡ ਲੈਵਲ ਤੇ ਜਾ ਕੇ ਬਹੁਤ ਔਖਾ ਹੈ। ਉਹੀ ਮੇਨ ਸਾਡੇ ਸਵੇਰ ਉਹੀ ਆ ਗਏ ਵੀ ਅਸੀਂ ਸਿੱਖ ਜਿਹੜੇ ਹੈਗੇ ਨੇ, ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, ਜਿੱਧਰੋਂ ਸਾਨੂੰ ਵਰਜਿਆ ਸੀ, ਉਧਰ ਹੀ ਅਸੀਂ ਤੁਰੇ ਆ। ਉਹ ਵਿਪਰਨ ਦੀ ਰੀਤ ਸਾਡੇ 'ਚ ਕਿਤੇ ਨਾ ਕਿਤੇ ਘਰ ਕਰਦੀ ਜਾ ਰਹੀ ਹੈ। ਜੇ ਇਹਦੇ ਵੱਲ ਧਿਆਨ ਨਾ ਦਿੱਤਾ ਤੇ ਉਹੀ ਆਉਣ ਵਾਲੇ ਸਮਿਆਂ ਦੇ ਵਿੱਚ ਬੱਚੇ ਕਹਿਣਗੇ, ਅੱਜ ਜਿੱਦਾਂ ਨਾ ਹੁਣ ਫਾਦਰ ਡੇ ਬਣ ਗਿਆ, ਮਦਰ ਡੇ ਬਣ ਗਿਆ, ਉਹਦੇ ਨਾਲ ਵੀ ਹਾਂ ਜੀ ਗੁਰੂ ਨਾਨਕ ਡੇ ਹੈ ਜੀ, ਹਾਂਜੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਬਸ ਇੰਨਾ ਕਹਿ ਕੇ ਸਾਡਾ ਅਸੀਂ ਛੁੱਟ ਜਾਣਾ। ਇਹ ਨਹੀਂ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਐਡਾ ਸੰਘਰਸ਼ ਸੀ, ਉਹਨਾਂ ਨੇ ਸਾਰੀ ਲੁਕਾਈ ਲਈ ਕੀਤਾ। ਉਹ ਫਲਸਫੇ ਨੂੰ ਅਸੀਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਭੁੱਲ ਜਾਵਾਂਗੇ। ਸੋ ਭੁੱਲਦੇ ਜਾ ਰਹੇ ਹਾਂ। ਹਾਂਜੀ। ਸੋ ਸਾਨੂੰ ਇਹ ਲੋੜ ਹੈ ਜਿਹੜੀ ਹੈ, ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਸਾਨੂੰ ਇਹਨਾਂ ਜਿਹੜੇ ਦਿਹਾੜਿਆਂ ਨੂੰ ਹੈ, ਇਹਨਾਂ ਨੂੰ ਹੁਣ ਮਨਾਉਣ ਦਾ ਜਿਹੜਾ ਹੈਗਾ ਜਾਂ ਇਹਨਾਂ ਨੂੰ ਯਾਦ ਕਰਨ ਦਾ ਜਿਹੜਾ ਸਾਨੂੰ ਤਰੀਕੇ ਜਿਹੜੇ ਚੇਂਜ ਕਰਨੇ ਚਾਹੀਦੇ ਹੈ। ਕਮੇਟੀਆਂ ਨੂੰ ਚਾਹੀਦਾ, ਜਿਹੜੇ ਉਹ ਪ੍ਰੋਗਰਾਮ ਉਲੀਕਦੇ ਨੇ, ਉਹਨਾਂ ਨੂੰ ਚਾਹੀਦਾ ਵੀ ਜੇ ਸੰਗਤ ਜਿਹੜੀ ਆਉਂਦੀ ਹੈ, ਜੇ 4 ਜੀ ਹੀ ਆਣ, ਉਹਨਾਂ ਤੱਕ ਗੁਰੂ ਸਾਹਿਬ ਦਾ ਜਿਹੜਾ ਹੈ ਸਿਧਾਂਤ, ਗੁਰਮਤ ਦਾ ਸਿਧਾਂਤ ਆਪਾਂ ਗੋਲਕਾਂ ਵੱਲ ਧਿਆਨ ਨਾ ਦੇ ਕੇ ਉਹਨਾਂ ਗੁਰਮਤ ਦਾ ਸਿਧਾਂਤ ਜਿਹੜਾ ਉਹਨਾਂ ਤੱਕ ਪਹੁੰਚਾਈਏ, ਤਾਂ ਜੋ ਇਹ ਦਿਹਾੜੇ ਜਿਹੜੇ ਮਨਾਉਣੇ ਸਾਡੇ ਸਫਲੇ ਹੋ ਜਾਣ। ਤੇ ਉਹ ਗੁਰੂ ਸਾਹਿਬਾਨ ਦਾ ਜਿਹੜਾ ਗੁਰਮਤ ਦਾ ਜਿਹੜਾ ਟੀਚਾ ਸੀ, ਉਹ ਜਿਹੜਾ ਗੁਰਮਤ ਉਹਨਾਂ ਨੇ ਸਾਰੇ ਜਗਤ ਵਿੱਚ ਫੈਲਾਈ ਹੈ, ਜਾਂ ਜਿਹਦਾ ਹੁਕਾ ਦਿੱਤਾ, ਉਹ ਸਾਰਿਆਂ ਤੱਕ ਪਹੁੰਚ ਸਕੇ। ਤੇ ਜਿਹੜੀ ਗੁਰੂ ਦੀ ਗੋਲਕ ਹੈ ਉਹਨੂੰ ਵੱਧ ਤੋਂ ਵੱਧ ਪ੍ਰਚਾਰ ਤੇ ਲਾਇਆ ਜਾਵੇ। ਬਿਲਕੁਲ, ਪ੍ਰਚਾਰ ਤੇ ਲਾਇਆ ਜਾਵੇ ਵੀ ਉਹ ਗੋਲਕ ਜਿਹੜੀ ਹੈਗੀ ਜੀ ਇਕੱਠੀ ਹੁੰਦੀ ਹੈ, ਤਾਂ ਉਹ ਕਿਉਂਕਿ ਗੁਰੂ ਦੀ ਗੋਲਕ ਵਾਸਤੇ ਹਰ ਸਿੱਖ ਹਰ ਵਾਰ ਤਿਆਰ ਰਹਿੰਦਾ ਹੈ। ਇੱਕ ਵਾਰੀ ਹੁੱਕਾ ਦੇਣ ਦੀ ਲੋੜ ਹੈ, ਪਰ ਜਿਹੜੇ ਗੋਲਕ ਇਕੱਠੀ ਕਰ ਰਹੇ ਆ, ਜਿਨ੍ਹਾਂ ਕੋਲ ਜਾ ਰਹੀ ਹੈ, ਜਿਨ੍ਹਾਂ ਨੇ ਉਹਦੀ ਉਹ ਲਈ ਹੈ, ਜ਼ਿੰਮੇਵਾਰੀ ਲਈ ਹੈ, ਤਾਂ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਉਹਨੂੰ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਉਹਨੂੰ ਚੰਗੀ ਤਰੀਕੇ ਨਾਲ ਲਾਇਆ ਜਾਵੇ। ਨਾ ਕਿ ਬਿਲਡਿੰਗਾਂ ਬਹੁਤ ਜ਼ਰੂਰੀ ਆ ਬਣਨੀਆਂ ਚਾਹੀਦੀਆਂ, ਇੱਕ ਚੰਗੀ ਬਿਲਡਿੰਗ ਹੋਣੀ ਚਾਹੀਦੀ ਹੈ, ਪਰ ਹੁਣ ਧਿਆਨ ਇੱਧਰ ਦੇਣ ਦੀ ਲੋੜ ਹੈ। ਸਾਡੇ ਕਿਤੇ ਨਾ ਕਿਤੇ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ, ਤੇ ਉਹੀ ਰੀਤ ਸਾਡੀ ਜਿਹੜੀ ਹੈ ਵਿਪਰਨ ਕੀ ਰੀਤ, ਅਸੀਂ ਉਧਰ ਨੂੰ ਹੀ ਤੁਰਦੇ ਜਾ ਰਹੇ ਹਾਂ, ਤੇ ਜਿਹਦੇ ਤੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਇਸ ਉਪਰਾਲੇ ਲਈ ਤੇ ਫਿਰ ਜਿਹੜੇ ਪ੍ਰਬੰਧਕ ਨੇ ਉਹ ਵੀ ਗੁਰਸਿੱਖ ਜਿਹੜੇ ਚੰਗੀ ਉੱਚੀ ਸੋਚ ਵਾਲੇ ਚਾਹੀਦੇ ਹਨ। ਬਿਲਕੁਲ ਚਾਹੀਦੇ ਜੀ, ਤੇ ਫਿਰ ਹੀ ਗੋਲਕ ਜਿਹੜੀ ਪ੍ਰਚਾਰ ਤੇ ਜਾਂ ਚੰਗੇ ਕੰਮਾਂ ਵਿੱਚ ਲੱਗੇਗੀ। ਬਿਲਕੁਲ ਚਾਹੀਦੀ ਹੈ ਜੀ। ਇਹ ਸਾਡੇ ਜਿਹੜੇ ਕਮੇਟੀਆਂ ਬਣਾਉਂਦੇ ਨੇ, ਜਾਂ ਸਾਡੇ ਜਿਹੜੇ ਪਿੰਡ ਨੇ, ਜਾਂ ਉਹ ਸਾਰੇ ਨੌਜਵਾਨ ਆ, ਜਦੋਂ ਆਪਣਾ ਕਮੇਟੀ ਦਾ ਜਦੋਂ ਚੋਣ ਹੁੰਦੀ ਆ, ਤਾਂ ਉਹਦਾ ਧਿਆਨ ਇਹ ਬਿਲਕੁਲ ਰੱਖਣਾ ਚਾਹੀਦਾ ਵੀ ਚੰਗੀ ਸੋਚ ਵਾਲਿਆਂ ਨੂੰ ਅੱਗੇ ਲਿਆਇਆ ਜਾਵੇ। ਤੇ ਜਿਵੇਂ ਕਿ ਹਰ ਪਾਸੇ ਹੀ ਹੋ ਗਿਆ ਹੈ ਵੀ ਨਸ਼ੇ ਚੱਲ ਚ ਵਰਤ ਕੇ, ਇਹ ਕਰਕੇ, ਕਿੰਨਾ ਕੁਛ ਕਰਕੇ ਕਮੇਟੀਆਂ ਦੇ ਬਣੀ ਜਾ ਰਹੇ, ਤੇ ਇਹੀ ਤਾਂ ਹੈ ਵੀ ਸਾਡੇ ਕੋਲ ਸਿਧਾਂਤ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ, ਤਾਂ ਸਾਡਾ ਆਪਸੀ ਜਿਹੜਾ ਪਾੜਾ ਜਿਹੜਾ ਹੈ ਗੁਰਮਤ ਤੋਂ ਬੜਾ ਦੂਰ ਪੈਂਦਾ ਜਾ ਰਿਹਾ ਹੈ। ਸੋ ਸਾਨੂੰ ਇਹ ਦਿਹਾੜੇ ਜਿਹੜੇ ਹੈਗੇ ਗੁਰਪੁਰਬ ਜਿਹੜਾ ਹੈ, ਉਹਨਾਂ ਨੂੰ ਗੁਰਮਤ ਦੇ ਅਨੁਸਾਰ ਕਿਵੇਂ ਮਨਾਉਣਾ, ਤਾਂ ਇਹਦੇ ਵਾਸਤੇ ਸਾਰਿਆਂ ਨੂੰ ਸਿਰ ਜੋੜ ਕੇ ਇਹ ਜਿਹੜਾ ਹੈ ਸੋਚਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ ਹੈ, ਤਾਂ ਹੀ ਇਹ ਸਾਡੇ ਜਿਹੜੇ ਹੈਗੇ ਆ ਇਹ ਦਿਹਾੜੇ ਜਿਹੜੇ ਸਫਲ ਹੋਣਗੇ। ਸੋ ਸਾਰੀਆਂ ਨਾਨਕ ਨਾਮ ਲੇਵਾ
ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲੜ ਲੱਗੇ ਨੇ ਸਾਰਿਆਂ ਨੂੰ, ਸਿੱਖ ਸੰਗਤਾਂ ਨੂੰ, ਸਾਰੇ ਜਗਤ ਨੂੰ, ਜਿਹੜੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ ਦੇ ਸਿਧਾਂਤ ਤੇ ਚੱਲਦੇ ਆ, ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।